वाहिगुरु जी का खालसा वाहिगुरु जी की फतेह। जुगो जुग अटल चबर छतर तख्तां दे मालक, दो जहां वाली धन धन गुरु पिता श्री गुरु ग्रंथ साहिब जियां दी पावन गोद विच कदम कदम चल के सत्कार सहित जुड़ बैठे हो। आओ जिन्ना भी समा गुरु कृपा सदका प्राप्त हो रहा है, सतसंग दियां घड़ियां ते लेखे लाइए। इतिहास के पावन प्रसंगां दे विचों आप जी ने सरवण कीता सी। राजा मदरबैन सतगुरां नूं बेनती करदा है, पातशाह राज महलां विच आओ, भोजन छको, वस्त्र पहनो। गुरु नानक साहिब महाराज ने बिलावल राग का शब्द उच्चारण करके राजे नूं उपदेश बख्शिश कीता। साडे कोल नाम दा भोजन ते सच दा जल है ते ब्रह्म दे वस्त्र असीं अपने ताने उत्ते पहने हुए ने, इस करके राजन सानू किसी की झाक नहीं। ये जिन्नी भी दुनिया है, जो ये गुलशन है, सब नाशवंत ते फानी है। झूठियां चीज़ां जीवन में काम नहीं आउणियां। सतगुरां दे इन्हां वचनां नूं सुन के राजा मदरबैन बड़ा प्रभावित होया। आखण लग्या, हजूर मैं आप जी नूं अज तो गुरु धारण करदा, कृपा करके उपदेश दिओ। मेरे भाग जाग पए, जो सवलड़ी नज़र आप जियां दी मेरे उपर पै गई। इन्हां सारे प्रसंगां नूं आप जी ने बड़े विस्तार सहित सरवण कीता है। आओ कोई समा लाहा प्राप्त करिए, पाओ प्रेम की सांझ, बख्शो आसीस गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा सुने बैन मन दीन है, बंदे दोनों पान। कहे करहो उपदेश मुझ, अधिकारी शुभ जान। पहले पातशाह गुरु नानक देव जी जदों राजे मदरबैन दे ताई इन्हां अमृत बचनां का दोबारा सुझाव देंदे ने, सानूं भुख प्यास कोई नहीं, असीं रजे होए हां। सतगुरां दी ये शरधा, सतगुरां दी ये निमरता, गुरां दा प्यार वेख के राजा मदरबैन हाथ जोड़ के कहंदा, हजूर मैं आप जी दे चरनां ते सीस रख के उपदेश की मंग करदा, झोली अटदा, मैनू ज्ञान बख्शिश कर दिओ। दुनिया का ज्ञान तो मेरे को बड़ा है, पर परमार्थ का ज्ञान नहीं। मेरी झोली पा दिओ। चौपाई बार बार बंदत पद गुरु को, बिनय भनत बोहित कर और को। थोड़ी देर सतगुरु जी खामोश बैठे रहे, राजे वाल देखते रहे। राजा मिन्नतां करदा है, तरले करदा है, पल्ले अटदा है। पातशाह मैं उपदेश आप जी का जीवन में कमावांगा, मेरे ते कृपा करो।
ਕੋਈ ਵੱਡਿਆਂ ਕਰਮਾਂ ਦੀ ਨਿਸ਼ਾਨੀ ਹੈ ਆਪ ਜੀ ਦਾ ਸੰਗ ਹੋ ਗਿਆ, ਪਰ ਮੈਂ ਖਾਲੀ ਨਾ ਚਲਿਆ ਜਾਵਾਂ। ਮੈਨੂੰ ਜ਼ਿੰਦਗੀ ਨੂੰ ਜਿਉਣ ਦਾ, ਜੀਵਨ ਨੂੰ ਜਿਉਣ ਦੀ ਜਾਚ ਦੱਸ ਦਿਓ। ਜ਼ਿੰਦਗੀ ਤੇ ਸਾਰਿਆਂ ਕੋਲੇ ਆ, ਸਭ ਉਮਰਾਂ ਹੀ ਕੱਟ ਰਹੇ ਆ, ਜੀਓ ਰਹੇ ਨੇ ਜਿਨ੍ਹਾਂ ਦੇ ਪੱਲੇ ਪਰਮੇਸ਼ਰ ਦਾ ਨਾਮ ਹੈ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਜਦੋਂ ਬਾਰ-ਬਾਰ ਰਾਜਾ ਆਪਣੀ ਹਉਮੈ ਛੱਡ ਕੇ ਬੇਨਤੀ ਕਰਦਾ, ਕਿਉਂਕਿ ਉਹ ਰਾਜੇ ਦੇ ਰੂਪ 'ਚ ਬੇਨਤੀ ਨਹੀਂ ਕਰਦਾ, ਇੱਕ ਸੇਵਕ ਬਣ ਕੇ, ਨਿਮਾਣਾ ਬਣ ਕੇ ਉਹ ਪੱਲਾ ਅੱਡਦਾ ਏ। ਕਮਲ ਬਦਨ ਲਖ ਕਰ ਜਗਿਆਸੀ, ਉਪਦੇਸ਼ਨ ਹਿਤ ਗਿਰਾ ਪ੍ਰਕਾਸ਼ੀ। ਗੁਰੂ ਸਾਹਿਬ ਨੇ ਉਸ ਰਾਜੇ ਦਾ ਹਿਰਦਾ ਪਰਖਿਆ, ਅੰਦਰ ਛਲ ਨਹੀਂ, ਕਪਟ ਨਹੀਂ, ਇਹ ਉਪਦੇਸ਼ ਕਮਾਉਣਾ ਚਾਹੁੰਦਾ ਏ, ਅੰਦਰੋਂ ਨਿਸ਼ਕਾਮ ਹੈ, ਇੱਛਾ ਕੋਈ ਨਹੀਂ, ਨਾ ਪਦਾਰਥਾਂ ਦੀ ਚਾਹਤ ਹੈ, ਨਾ ਕੋਈ ਸਵਾਰਥ ਹੈ, ਸਿਰਫ ਰੱਬ ਨੂੰ ਮਿਲਣ ਦੀ ਤਾਂਘ ਹੈ। ਪਰਖਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਰਾਜੇ ਮਦਰ ਬੈਨ ਦੇ ਤਾਈ ਉਪਦੇਸ਼ ਬਖਸ਼ਿਸ਼ ਕਰਨ ਲੱਗੇ ਨੇ। ਜਗਤ ਲਖੋ ਮਿਥਿਆ ਹੈ ਦਾਮੂ, ਸਿਮਰਨ ਕਰੋ ਸਦਾ ਸਤਨਾਮੁ। ਸਤਿਗੁਰ ਕਹਿੰਦੇ ਪਹਿਲਾ ਬਚਨ ਜੀਵਨ ਵਿੱਚ ਕਮਾ ਲਾ ਭਾਈਆ, ਜੋ ਦੁਨੀਆ ਦਿਸਦੀ, ਜੋ ਸੰਸਾਰ ਹੈ, ਇਹ ਮਿਥਿਆ ਹੈ, ਝੂਠਾ ਹੈ। ਮਿਥਿਆ ਦਾ ਅਰਥ ਹੁੰਦਾ ਕਾਲਪਨਿਕ, ਜਿਹਦੀ ਕਲਪਨਾ ਕੀਤੀ ਹੋਵੇ। ਬਾਣੀ ਅਸ਼ਟਪਦੀ ਸਤਿਗੁਰਾਂ ਨੇ ਉਚਾਰਨ ਕੀਤੀ ਸੁਖਮਨੀ ਸਾਹਿਬ ਦੇ ਵਿੱਚ, ਮਿਥਿਆ ਨਾਹੀ ਰਸਨਾ ਆਪਸ। ਸਤਿਗੁਰ ਕਹਿੰਦੇ ਸਾਰਾ ਕੁਝ ਹੀ ਮਿਥਿਆ ਹੈ। ਜੀਵ ਦੇ ਸਵਾਦ, ਅੱਖਾਂ ਦੇ ਦ੍ਰਿਸ਼, ਕੰਨਾਂ ਦੀ ਸਰੋਤ, ਮਾਇਆ ਦੇ ਪਦਾਰਥ, ਜੋ ਕੁਝ ਵੀ ਦਿਸਦਾ ਹੈ ਸਭ ਕੁਝ ਮਿਥਿਆ ਹੋਇਆ ਹੈ, ਝੂਠਾ। ਸਤਿਗੁਰ ਕਹਿੰਦੇ ਰਾਜਨ ਵੱਡੀ ਗੱਲ ਇਹ ਜੀਵਨ ਚ ਕਮਾਲਾ ਵੀ ਇਹ ਮਿਥਿਆ ਹੈ ਜੋ ਦਿਸਦਾ। ਇੱਕ ਰਾਜਾ ਇਹ ਚੀਜ਼ ਜ਼ਿੰਦਗੀ ਚ ਕਿਵੇਂ ਮੰਨ ਸਕਦਾ ਵੀ ਇਹ ਸਭ ਕੁਝ ਝੂਠਾ ਹੈ? ਜੋ ਸ਼ਾਸਨ ਕਰਦਾ, ਜਿਹਦੇ ਹੁਕਮ ਦੇ ਵਿੱਚ ਲੱਖਾਂ ਲੋਕ ਹੱਥ ਜੋੜ ਕੇ ਖੜੇ ਆ, ਉਹਨੂੰ ਇਸ ਗੱਲ ਦਾ ਅਹਿਸਾਸ ਕਰਨਾ ਬਹੁਤ ਔਖਾ ਲੱਗਦਾ ਹੈ। ਗਰੀਬ ਬੰਦੇ ਨੂੰ ਕਹਿ ਦਿਓ ਸਭ ਕੁਝ ਝੂਠਾ, ਮੰਨਣ ਨੂੰ ਤਿਆਰ ਹੋ, ਕਹਿੰਦਾ ਮੇਰੀ ਪਹੁੰਚ ਨਹੀਂ, ਚਲੋ ਝੂਠਾ ਹੀ ਹੋਣਾ। ਪਰ ਜਿਹਦੇ ਕੋਲ ਸਾਰਾ ਕੁਝ ਹੈ ਉਹਦੇ ਲਈ ਇਹ ਮੰਨਣਾ ਬਹੁਤ ਔਖਾ ਏ। ਸਤਿਗੁਰ ਕਹਿੰਦੇ ਸਭ ਕੁਝ ਝੂਠਾ ਮੰਨ ਲੈ ਜੇ ਸਾਡਾ ਉਪਦੇਸ਼ ਕਮਾਉਣਾ, ਜੇ ਸਾਨੂੰ ਆਪਣਾ ਗੁਰੂ ਮੰਨਣਾ ਏ, ਜਗ ਨੂੰ ਸੱਚਾ ਜਾਣਨਾ ਨਹੀਂ। ਕਰਮ ਧਰਮ ਤਪ ਨੇਮ ਅਨੇਕਾ, ਸਰਬ ਅਫਲ ਜੇ ਨਾਮ ਨ ਏਕਾ। ਭਾਈ ਜੇ ਨਾਮ ਇੱਕ ਪਰਮਾਤਮਾ ਦਾ ਨਹੀਂ ਜਪਿਆ, ਜਿੰਨੇ ਜਗ ਦੇ ਕਰਮ ਨੇ, ਜਿੰਨੇ ਧਰਮ ਨੇ, ਸਾਰੇ ਨਿਸ਼ਫਲ ਨੇ। ਨਾਮ ਬਿਨਾ ਸਭ ਕੂੜ ਗਾਲੀ ਖੁਸ਼ੀ ਨਾ। ਜੇ ਪਰਮੇਸ਼ਰ ਦਾ ਨਾਮ ਜੀਵਨ ਵਿੱਚ ਨਹੀਂ ਨਾ, ਜਪ ਕਰਨਾ, ਤਪ ਕਰਨਾ, ਦਾਨ ਕਰਨਾ, ਪੁੰਨ ਕਰਨਾ, ਸਭ ਕੁਝ ਨਿਰਾ ਪਖੰਡ ਹੈ, ਕਿਸੇ ਕੰਮ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਜੇ ਰਾਜਨ ਤੇਰੇ ਜੀਵਨ ਵਿੱਚ ਨਾਮ ਨਹੀਂ, ਤੇਰੇ ਹਿਰਦੇ ਵਿੱਚ ਸਿਮਰਨ ਨਹੀਂ, ਤੂੰ ਸੋਚੇ ਮੈਂ ਦਾਨ ਬਹੁਤ ਕੀਤੇ ਆ, ਲੱਖਾਂ ਦੇ ਦਾਨ ਕਰਤੇ, ਮੈਂ ਤਪ ਬੜਾ ਕੀਤਾ, ਮੈਂ ਪੂਜਾ ਬੜੀ ਕੀਤੀ, ਮਹਾਰਾਜ ਕਹਿੰਦੇ ਸਾਰਾ ਕੁਝ ਹੀ ਜ਼ੀਰੋ ਹੈ, ਕਿਸੇ ਕੰਮ ਨਹੀਂ ਹੈ। ਕਲਯੁਗ ਦੇ ਵਿੱਚ ਕੇਵਲ ਨਾਮ ਦੀ ਮਹਿਮਾ ਹੈ, ਕਿਸੇ ਪਦਾਰਥ, ਤਪ ਤੇ ਦਾਨ ਦੀ ਮਹਿਮਾ ਨਹੀਂ। ਗੁਰੂ ਨਾਨਕ ਸਾਹਿਬ ਆਖਣ ਲੱਗੇ, ਰਾਜਨ ਇਸ ਦੁਨੀਆ ਨੂੰ ਝੂਠਾ ਮੰਨ ਲੈ, ਜੋ ਹੈ ਦਿਸਦੀ ਹੈ, ਪਰ ਇੱਕ ਨਾਮ ਸੱਚਾ ਹੈ। ਸੱਚਾ ਕੇਵਲ ਇੱਕ ਪਰਮਾਤਮਾ ਦਾ ਨਾਮ ਹੈ। ਨਾਮ ਤੇ ਸਾਡੇ ਦੁਨੀਆ ਦੇ ਬੜੇ ਆ, ਦੇਵੀ ਦੇਵਤਿਆਂ ਦੇ ਬੜੇ ਆ, ਪਰ ਸਤਿਗੁਰ ਕਹਿੰਦੇ ਰਹਿਣਾ ਇੱਕ ਨਹੀਂ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਕਹਿੰਦੇ ਨਾਮ ਵੀ ਰਹਿਣਾ, ਸਾਧੂਆਂ ਨੇ ਵੀ ਰਹਿਣਾ, ਪਰ ਇੱਕ ਸ਼ਰਤ ਹੈ, ਇਸ ਜੱਗ ਵਿੱਚ, ਇਸ ਦੁਨੀਆ ਦੇ ਵਿੱਚ ਨਾਮ ਜਪਿਆ ਕਿਹਨੇ ਹੈ? ਗੁਰੂ ਦਾ ਮੰਤਰ ਚਿਤਾਰਿਆ ਕਿਹਨੇ ਹੈ? ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਰਾਜਾ ਬੜਾ ਭਾਵੁਕ ਹੋਇਆ। ਸਾਹਿਬ ਕਹਿੰਦੇ ਸਾਰਾ ਕੁਝ ਹੀ ਝੂਠਾ ਏ, ਦ੍ਰਿਸ਼ਟਮਾਨ ਹੈ। ਜਿਸ ਦਿਨ ਮੌਤ ਆਈ, ਅੱਖ ਲੱਗ ਗਈ ਤੇ ਅੱਖਾਂ ਕਿਤੇ ਹੋਰ ਖੁੱਲਣਗੀਆਂ। ਆ ਪਲਾਂ ਦੇ ਵਿੱਚ ਜੋ ਕੁਝ ਤੇਰਾ ਹੈ ਸਭ ਪਰਾਇਆ ਹੋ ਜਾਏਗਾ। ਪਰ ਸੁਣ ਦ੍ਰਿਸ਼ਟਾਂਤ ਮਹਾਨਾ,
ਫਲ ਨਾਮ ਬਿਨ ਜਿਉ ਸਭ ਜਾਨਾ। ਰਾਜਾ ਕਹਿੰਦਾ ਪਾਤਸ਼ਾਹ ਕਿਰਪਾ ਕਰਕੇ ਦੱਸੋ ਜੀ, ਨਾਮ ਤੋਂ ਬਿਨਾਂ ਜੇ ਮੈਂ ਦਾਨ ਕਰਾਂ, ਪੂਜਾ ਕਰਾਂ, ਤਪ ਕਰਾਂ, ਉਹਦਾ ਕੋਈ ਫਾਇਦਾ ਹੈ? ਸਤਿਗੁਰੂ ਕਹਿੰਦੇ ਬਿਲਕੁਲ ਵੀ ਨਹੀਂ। ਧਿਆਨ ਦੇ ਕੇ ਸੁਣਿਓ। ਅੱਜ ਸਾਡੀ ਕੌਮ ਵੀ ਨਾ ਬ੍ਰਾਹਮਣਵਾਦੀ ਤਰੀਕੇ ਨਾਲ ਤੁਰੀ ਫਿਰਦੀ। ਜੋ ਕਰਮਕਾਂਡ ਗਰੜ ਪੁਰਾਣ ਵਿੱਚ ਲਿਖੇ ਨੇ ਅੱਜ ਸਿੱਖਾਂ ਵਿੱਚ ਹੂ ਨੇ। ਸਾਡੀ ਤੇ ਉਹਨਾਂ ਦੀ ਪਛਾਣ 'ਚ ਕੋਈ ਫਰਕ ਨਹੀਂ। ਅਸੀਂ ਗਾਲਾਂ ਕੱਢਦੇ ਆ ਨਾ ਏਜੰਸੀਆਂ ਨੂੰ, RSS ਨੂੰ, ਉਹ ਜੀ ਸਿੱਖਾਂ ਨੂੰ ਖਾ ਗਈ। ਕਿੱਥੇ ਖਾ ਗਈ ਉਹ? ਸਿੱਖਾਂ ਨੇ ਉਹਨਾਂ ਦਾ ਧਰਮ ਹੀ ਕੋਈ ਨਹੀਂ ਛੱਡਿਆ ਜਿਹੜਾ ਨਾਮ ਮਨਾਉਂਦੇ ਹੁਣ। ਅਗਲਿਆਂ ਨੂੰ ਤੇ ਸੌਖਾ ਕਰਤਾ ਨਾ। ਉਹ ਕਹਿੰਦੇ ਤੁਹਾਡੇ ਸਾਡੇ 'ਚ ਫਰਕ ਕੀ ਹੈ? ਤੁਸੀਂ ਸਾਡੇ ਹੋ, ਸਾਡੇ ਸਾਰੇ ਧਰਮ ਮਨਾਉਂਦੇ ਹੋ, ਸਾਡੇ ਸਾਰੇ ਵਹਿਮ ਭਰਮ ਕਰਦੇ ਹੋ, ਤੇ ਜੇ ਅਸੀਂ ਤੁਹਾਡੇ ਵਿੱਚ ਆ ਕੇ ਵੜ ਗਏ ਤੇ ਤੁਹਾਨੂੰ ਦੁੱਖ ਦਾ ਦੁੱਖ ਤੇ ਉਹਨੂੰ ਲੱਗਦਾ ਨਾ ਵੀ ਅਸੀਂ ਤੇ ਸ਼ੇਰਾਂ 'ਚ ਗਿੱਦੜ ਕਿਵੇਂ ਆ ਗਏ। ਅੱਜ ਸ਼ੇਰਾਂ ਦੀ ਕੌਮ ਦੇ ਵਿੱਚ ਗਿੱਦੜਾਂ ਦੀ ਕਮੀ ਕੋਈ ਨਹੀਂ। ਪਾਈਆ ਹੱਥਾਂ ਤੇ ਮੌਲੀਆਂ ਬੰਨੀਆਂ ਕਹਿੰਦੇ ਸਿੱਖ ਨੇ। ਗੁਰੂ ਸਾਹਿਬ ਆਖਣ ਲੱਗੇ, ਕਹਿੰਦੇ ਦਸਤਾਰ ਤੈਨੂੰ ਦੇ ਦਿੰਦੇ ਆ ਰਾਜਿਆ, ਇੱਥੇ ਦਾਨ ਕੀਤਾ ਹੋਇਆ, ਤਪ ਕੀਤਾ ਹੋਇਆ, ਪੁੰਨ ਕੀਤਾ ਹੋਇਆ ਕਲਯੁਗ ਦੇ ਵਿੱਚ ਕਿਸੇ ਵੀ ਇਹ ਕੰਮ ਨਹੀਂ ਆਉਣਾ। ਕਾਗਦ ਪਰਨ ਲਿਖਿਓ ਇਕਾਂਗਾ, ਸੂਣ ਲਿਖਨ ਪਰ ਮਨ ਅਨੁਰਾਗਾ। ਗੁਰੂ ਸਾਹਿਬ ਆਖਣ ਲੱਗੇ, ਕਹਿੰਦੇ ਇੱਕ ਕਾਗਜ਼ ਉੱਤੇ ਕਿਸੇ ਬੰਦੇ ਨੇ ਇਕਾਂਗਾ ਨਾਮ ਹੈ ਏਕੇ ਦਾ, ਇੱਕ ਦਾ ਨਹੀਂ ਲਿਖਿਆ। ਉਹਨੇ ਲਿਖ ਦਿੱਤਾ ਸੂਨ, ਸਿਫਰ, ਜ਼ੀਰੋ। ਹੁਣ ਕਾਗਜ਼ ਤੇ ਜ਼ੀਰੋ ਲੱਗੀ ਹੈ, ਮੁੱਲ ਕੀ ਹੈ ਉਹਦਾ? ਹੈ ਕੋਈ? ਨੋਟ ਉਤੋਂ ਤੁਸੀਂ ਕੋਈ ਅੱਖਰ ਮਿਟਾ ਦਿਓ, ਕੱਲੀ ਜ਼ੀਰੋ ਪਾ ਦਿਓ, ਭਾਵੇਂ ਉਹ ਡਾਲਰ ਹੋਵੇ ਸਾਡਾ, ਭਾਵੇਂ ਉਹ ਮਨੀ ਹੋਵੇ ਸਾਡੇ ਵਾਲੀ ਕਰੰਸੀ, ਜਾਂ ਦਿਨਾਰ ਹੋਵੇ, ਪਾਉਂਡ ਹੋਵੇ, ਕੱਲੀ ਜ਼ੀਰੋ ਕਿਹਨੂੰ ਹੈ? ਕਿਸੇ ਦੇ ਘਰ। ਗੁਰੂ ਸਾਹਿਬ ਕਹਿੰਦੇ ਕਾਗਜ਼ ਉਤੋਂ ਏਕਾ ਮਿਟਾ ਦਿਓ, ਸਿਫਰ ਪਾ ਦਿਓ, ਕੱਲੀ ਜ਼ੀਰੋ ਪਾ ਦਿਓ। ਇਨ ਤੇ ਸਰਿਉ ਨਹੀਂ ਕੋ ਕਾਜ, ਬਿਰਥਾ ਸਭ ਲਿਖਨ ਸਮਾਜਾ। ਹੁਣ ਜਿੰਨੀਆਂ ਮਰਜ਼ੀ ਜ਼ੀਰੋਆਂ ਲਿਖੀ ਚੱਲੋ, ਪਰ ਕਹਿੰਦੇ ਉਹ ਸਾਰੀਆਂ ਨਿਸ਼ਫਲ ਨੇ। ਜ਼ੀਰੋ ਕੀ ਹੈ ਜੀ? ਦਾਨ। ਸਿਫਰ ਕੀ ਹੈ? ਪੂਜਾ, ਤਪ, ਚੰਗੇ ਕਰਮ। ਕੀ ਕਰਨੇ ਨਹੀਂ ਚਾਹੀਦੇ? ਜਮ ਕੇ ਕਰੋ, ਪਰ ਕੱਲਿਆ ਸਿੱਖ ਚੰਗੇ ਕੰਮਾਂ ਤੇ ਜ਼ੋਰ ਨਾ ਦੇ ਕੇ ਰੱਖੇ। ਅੱਜ ਸਾਡੇ 'ਚ ਜ਼ਿਆਦਾਤਰ ਲਿਟਰੇਚਰ ਕੀ ਚੱਲਦਾ? ਚੰਗੇ ਬਣੋ, ਚੰਗਾ ਸੋਚੋ, ਚੰਗੇ ਵਿਚਾਰ ਰੱਖੋ। ਠੀਕ ਹੈ, ਇਹ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਨੇ, ਜੀਵਨ 'ਚ ਹੋਣੀਆਂ ਚਾਹੀਦੀਆਂ ਨੇ। ਅੱਜ ਬਹੁਤ ਘੱਟ ਹੈ। ਨਾਮ ਜਪੋ, ਸੇਵਾ ਕਰੋ, ਹੈ ਕਿਤੇ? ਸਭ ਕੁਝ ਹੀ ਆਨਲਾਈਨ, ਸੇਵਾ ਵੀ ਆਨਲਾਈਨ, ਸਿਮਰਨ ਵੀ ਆਨਲਾਈਨ, ਦਾਨ ਪੁੰਨ ਵੀ ਆਨਲਾਈਨ ਹੋ ਗਿਆ। ਨਾਮ ਕਿੱਥੇ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਿਫਰਾਂ ਵਾਹ ਦਿੱਤੀਆਂ, ਇਹਨਾਂ ਸਿਫਰਾਂ ਦਾ ਮੁੱਲ ਕਿਸੇ ਬਾਜ਼ਾਰ 'ਚ ਪੈਣਾ ਨਹੀਂ। ਪੂਰਬ ਲਿਖਿਓ ਇਕਾਂਗ ਬਣਾਈ, ਲਿਖੀ ਸ਼ੂਨ ਤਬ ਫਲ ਨ ਜਾਏ। ਕਹਿੰਦੇ 10,000 ਜ਼ੀਰੋਆਂ ਕੋਈ ਮਨੁੱਖ ਕਾਗਜ਼ ਉੱਤੇ ਵਾਹ ਦਏ, ਕੋਈ ਲਿਖ ਦਏ, ਕਾਗਜ਼ ਦਾ ਕਾਗਜ਼ ਰਹਿਣਾ ਏ, ਪਰ ਕਹਿੰਦੇ ਸਿਰਫ ਇੱਕ ਲਿਖ ਦਿਓ, ਇੱਕ ਦੇ ਪਿੱਛੇ ਇੱਕ ਜ਼ੀਰੋ ਲਾ ਦਿਓ, ਉਹ ਰਕਮ ਬਣ ਗਈ 10। 2 ਲਾ ਦਿਓ 100, 3 ਲਾ ਦਿਓ 1000, 4 ਕਰ ਦਿਓ 10,000। ਕਹਿੰਦੇ ਫਿਰ ਜਿੰਨੀਆਂ ਸਿਫਰਾਂ ਪਿੱਛੇ ਲੱਗੀ ਜਾਣਗੀਆਂ ਇੱਕ ਦੇ ਪਿੱਛੇ, ਉਹਦਾ ਮੁੱਲ ਵੱਧਦਾ ਜਾਣਾ। ਉਹ ਚੈੱਕ ਹੋਵੇ, ਕਰੰਸੀ ਹੋਵੇ, ਕੋਈ ਜੋੜ ਘਟਾ ਤੇ ਹਿਸਾਬ ਹੋਵੇ, ਪਰ ਕਹਿੰਦੇ ਏਕਾ ਜ਼ਰੂਰੀ ਹੈ। ਇੱਕ ਦੇ ਪਿੱਛੇ ਜਿੰਨੀਆਂ ਜ਼ੀਰੋਆਂ ਲੱਗਣਗੀਆਂ ਉਹਨਾਂ ਮੁੱਲ ਤੇ ਭਾਰ ਵੱਡਾ ਹੋਏਗਾ। ਜੋ ਇਕਾਂਗ ਪਰ ਲਿਖ ਹੈ ਸੁਨਾ, ਸੁਣ ਸੁਣ ਤੇ ਹੈ 10 ਗੁਣਾ। ਜਿਹੜੀ ਜ਼ੀਰੋ ਇੱਕ ਤੋਂ ਬਗੈਰ ਬਿਲਕੁਲ ਜ਼ੀਰੋ ਸੀ, ਸਿਫਰ ਸੀ, ਪਰ ਇੱਕ ਅੱਗੇ ਲੱਗਿਆ, ਉਹ ਹਜ਼ਾਰਾਂ, ਲੱਖਾਂ, ਕਰੋੜਾਂ, ਖਰਬਾਂ 'ਚ ਚਲੀ ਗਈ। ਜਿੰਨੀਆਂ ਜ਼ੀਰੋਆਂ ਲੱਗੀ ਜਾਂਦੀਆਂ ਨੇ ਇੱਕ ਕਰਕੇ ਉਹਨਾਂ ਦਾ ਮੁੱਲ ਵਧੀ ਜਾਂਦਾ ਹੈ, ਆਕਾਰ ਵਧੀ ਜਾਂਦਾ ਹੈ। ਸਤਿਗੁਰਾਂ ਦਾ ਇਹ ਜੋ ਬਚਨ ਸੀ ਨਾ, ਰਾਜੇ ਮਦਰ ਬੈਨ ਦੇ ਹਿਰਦੇ ਚਾਣ ਵੱਜਿਆ ਵੀ ਨਾਮ ਤੋਂ ਬਗੈਰ ਕੀਤੇ ਹੋਏ ਕਰਮ ਬਸ ਜ਼ੀਰੋ ਹੀ ਜ਼ੀਰੋ। ਆਖੋ ਸਤਿਨਾਮ। ਸਾਡੇ ਤੋਂ ਬੜੇ ਹੁੰਦੇ ਜਿਨ੍ਹਾਂ ਨੂੰ ਵਹਿਮ ਹੁੰਦਾ ਹੈ ਵੀ ਸਾਡੀ ਤਪੱਸਿਆ ਬਹੁਤ ਹੈ, ਸਾਡਾ ਦਾਨ ਬੜਾ ਹੈ, ਅਸੀਂ ਤੇ ਜੀ ਕਦੇ ਕਿਸੇ ਨੂੰ ਭੁੱਖਾ ਜਾਣ ਹੀ ਨਹੀਂ ਦਿੱਤਾ। ਤੇਰੇ ਵਰਗੇ ਕਿੰਨੇ ਘੋੜੇ ਇੱਥੇ,
ਜਿਹੜੇ ਤਪ ਵੀ ਕਰਦੇ ਆ, ਦਾਨ ਵੀ ਕਰਦੇ ਆ, ਚੰਗੇ ਚੰਗੇ ਕਰਮ ਵੀ ਕਰਦੇ ਆ, ਪਰ ਜਦ ਮੌਤ ਆਈ, ਜਦ ਅੰਤਮ ਸਮਾਂ ਆਇਆ, ਰੋਂਦੇ ਉਹ ਵੀ ਵੇਖੇ, ਜਾਨ ਉਹਨਾਂ ਦੀ ਵੀ ਨਿਕਲ ਨਹੀਂ ਰਹੀ, ਤੜਫ ਵੀ ਰਹੇ ਆ। ਗੁਰੂ ਬਾਬਾ ਜੀ ਆਖਣ ਲੱਗੇ, ਰਾਜਨ ਇਹ ਸਭ ਇੱਕ ਦੀ ਗੱਲ ਹੈ। ਜਿੰਨੀਆਂ ਜੀਰੋਆਂ ਲੱਗਣਗੀਆਂ ਉਹ ਕਾਗਜ਼ ਦਾ ਵੀ ਮੁੱਲ ਪੈਂਦਾ ਏ। ਜੇ ਨਾਮ ਸੰਗ ਤਪ ਤਪੈ, ਪੂਜਾ ਬ੍ਰਤ ਨੇਮ ਜਪ ਜਪੈ। ਕਹਿੰਦੇ ਇੱਕ ਪਰਮਾਤਮਾ ਦਾ ਨਾਮ ਹੈ, ਇੱਕ ਪ੍ਰਾਣੀ ਇੱਕੋ ਨਾਮ ਤੇ ਰਹੋ। ਸਿਰਫ ਇੱਕ ਦਾ ਨਾਮ ਜਪਣ ਨੂੰ ਸਤਿਗੁਰਾਂ ਨੇ ਕਿਹਾ, ਦੂਜਾ ਤੀਜਾ ਚੌਥਾ ਪੰਜਵਾਂ ਕਿਸੇ ਦਾ ਜ਼ਿਕਰ ਨਹੀਂ, ਸਿਰਫ ਇੱਕ ਦਾ। ਇਸੇ ਕਰਕੇ ਸਟਾਰਟਿੰਗ 'ਚ ਗੁਰੂ ਸਾਹਿਬ ਨੇ ਬਾਣੀ ਤੇ ਲਿਖ ਦਿੱਤਾ, ਸਾਰੇ ਝੰਜਟ ਮੁਕਾਤੇ ਵੀ ਕੱਲ ਨੂੰ ਕੋਈ ਐਵੇਂ ਗਲਤ ਅਰਥ ਕਰਕੇ ਲੋਕਾਂ ਨੂੰ ਗੁੰਮਰਾਹ ਕਰੀ ਚੱਲੇ ਵੀ ਮਹਾਰਾਜ ਨੇ ਤੇ ਕਿਹਾ ਇਹਦੀ ਵੀ ਪੂਜਾ ਕਰ ਲਿਆ ਕਰੋ, ਇਹਨੂੰ ਵੀ ਮੱਥਾ ਟੇਕ ਦਿਆ ਕਰੋ। ਗੁਰੂ ਸਾਹਿਬ ਨੇ ਗੱਲ ਹੀ ਨਿਬੇੜ ਦਿੱਤੀ, ਕਹਿੰਦੇ ਇੱਕ ਓੰਕਾਰ। ਗੁਰਬਾਣੀ ਦੀ ਆਰੰਭਤਾ ਇੱਕ ਤੋਂ ਕੀਤੀ ਵੀ, ਅਕਾਲ ਪੁਰਖ ਇੱਕ ਆ ਤੇ ਨਾਮ ਇੱਕ ਹੈ। ਸਾਹਿਬ ਕਹਿੰਦੇ ਜਿਹਨੇ ਇੱਕ ਨਾਮ ਜਪ ਲਿਆ ਨਾ, ਦਾਨ ਪੁੰਨ ਜਤ ਸਤ ਇਹ ਜੋ ਕੁਝ ਵੀ ਹੈ, ਕਹਿੰਦੇ ਇਹ ਪਿੱਛੇ ਲੱਗੀਆਂ ਜੀਰੋਆਂ ਨੇ। ਇਹਨਾਂ ਦਾ ਮੁੱਲ ਤਾਂ ਪੈਣਾ ਜੇ ਪੱਲੇ ਨਾਮ ਹੋਏਗਾ। ਸਤਿਨਾਮ ਨਾਮ ਜਪੋਗੇ ਤੇ ਦਾਨ ਦੀ ਕਦਰ ਪੈਣੀ ਹੈ। ਨਾਮ ਜਪੋਗੇ ਤਪ ਤੁਹਾਡਾ ਫਲੇਗਾ, ਨਾਮ ਜਪੋਗੇ ਸੇਵਾ ਤੁਹਾਡੀ ਫਲੇਗੀ। ਚੱਕ ਕੇ ਝਾੜੂ ਮੈਂ ਕਹਿੰਦਾ ਗੁਰਦੁਆਰੇ ਦੀਆਂ ਗਲੀਆਂ ਘਸਾ ਦਿਓ, ਪਰ ਜੇ ਨਾਮ ਨਹੀਂ ਜਪਿਆ ਤੇ ਕੀ ਫਾਇਦਾ? ਪਖੰਡ ਹੈ, ਦਿਖਾਵਾ। ਕੱਲੀ ਸੇਵਾ ਨਹੀਂ ਫਲਦੀ, ਕਦੇ ਕਾਰ ਸੇਵਾ 'ਚ ਜਾ ਕੇ ਵੇਖਿਓ। ਉਹ ਜੇ ਸਾਰਾ ਦਿਨ ਟੋਕਰੀ ਢਵਾਉਂਦੇ ਆ ਨਾ, ਸ਼ਾਮ ਨੂੰ ਕਹਿੰਦੇ ਆ ਬਹਿ 2.5 ਘੰਟੇ ਜਪ ਨਾਮ ਫਿਰ ਵਾਹਿਗੁਰੂ ਵਾਹਿਗੁਰੂ ਕਰ। ਅਸੀਂ ਉਦੋਂ ਥੋੜ੍ਹੀ ਜਾਂਦੇ ਹਾਂ। ਸਾਡੇ ਵਰਗਾ ਦਿਖਾਵਾ ਕਰਨ ਜਾਂਦਾ, ਅੱਜ ਮੈਂ 4 ਟੋਕਰੀਆਂ ਢੋਈਆਂ, ਅੱਜ ਮੈਂ ਝਾੜੂ ਲਾਇਆ, ਜਦੋਂ ਜਪਾਇਆ ਨਾਮ ਚੱਲ ਗੁਰਦੁਆਰੇ ਤੋਂ ਬਾਹਰ। ਇਹ ਕਿੱਥੇ ਬੱਟਾ ਸਾਂ, ਔਖਾ ਹੀ ਬੜਾ। ਗੁਰੂ ਸਾਹਿਬ ਆਖਣ ਲੱਗੇ, ਕਹਿੰਦੇ ਨਾਮ ਕਰਕੇ ਦਾਨ ਹੈ, ਨਾਮ ਕਰਕੇ ਤਪ ਹੈ, ਨਾਮ ਕਰਕੇ ਜਪ ਹੈ, ਨਾਮ ਕਰਕੇ ਸੇਵਾ ਹੈ। ਪਰ ਸਿੱਖੋ, ਜੇ ਨਾਮ ਜ਼ਿੰਦਗੀ ਚੋਂ ਚਲਾ ਗਿਆ ਤੇ ਬਾਕੀ ਜਿੰਨੇ ਕਰਮ ਨੇ ਪਖੰਡ ਨੇ। ਤੇਰਾ ਦਾਨ ਵੀ ਪਖੰਡ ਹੈ, ਤੇਰਾ ਤਪ ਵੀ ਪਖੰਡ ਹੈ। ਸਾਹਿਬ ਬਾਣੀ 'ਚ ਸਪਸ਼ਟ ਲਿਖਦੇ, ਕਰਮ ਧਰਮ ਪਖੰਡ ਜੋ ਦਿਸੈ ਹੈ, ਤਿਲ ਜਮ ਜਾਗਾਤੀ ਲੂਟ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਹੁਣ ਕੀਰਤਨ ਤੇ ਕੀਤਾ ਜਾਂਦਾ ਹੈ, ਸਿਮਰਿਆ ਤੇ ਨਹੀਂ ਜਾਂਦਾ ਕੀਰਤਨ। ਅਰਥ ਕੀ ਹੈ? ਨਿਰਵਾਣ ਕੀਰਤਨ। ਕਹਿੰਦੇ ਕੀਰਤਨ ਤੋਂ ਭਾਵ ਉਹਦੀ ਮਹਿਮਾ ਉਸ ਕਰਤੇ ਦੀ ਕਰੋ, ਜਿਹਨੂੰ ਜਪਿਆਂ ਤੋਂ, ਜਿਹਨੂੰ ਸਿਮਰਿਆਂ ਤੋਂ ਇੱਕ ਪਲ ਵਿੱਚ ਜਮ ਵੀ ਛੱਡ ਜਾਂਦੇ। ਉਹ ਹੈ ਨਾਮ ਪਰਮੇਸ਼ਰ। ਗੁਰੂ ਬਾਬਾ ਜੀ ਕਹਿੰਦੇ ਨਾਮ ਜਪਣਾ ਅਤਿਅੰਤ ਜ਼ਰੂਰੀ ਹੈ। ਦਾਨ ਤੇ ਇੱਥੇ ਪਾਪੀ ਲੋਕ ਵੀ ਬਹੁਤ ਕਰਦੇ ਆ। ਦਾਨ ਦੀ ਕਿਹੜੀ ਗੱਲ ਹੈ? ਵੱਡੀਆਂ ਵੱਡੀਆਂ ਕੰਪਨੀਆਂ ਫੇਸਬੁੱਕ ਵਰਗੀਆਂ 98% ਚੈਰਿਟੀ 'ਚ ਕੱਢ ਰਹੀਆਂ। ਜੇ ਅਸੀਂ ਸੋਚੀਏ ਵੀ ਮੈਂ 4 ਦਿਨ ਦਾਨ ਕਰ ਲਿਆ, ਮੈਂ ਬਹੁਤ ਵੱਡਾ, ਇੱਥੇ ਤੇ YouTube ਵਰਗੀਆਂ ਵੱਡੀਆਂ ਬ੍ਰਾਂਡ ਕੰਪਨੀਆਂ, ਗੂਗਲ ਵਰਗੀਆਂ 97% ਆਪਣਾ ਦਸਵੰਧ ਕੱਢ ਰਹੇ ਨੇ। ਉਹ ਰਤਨ ਟਾਟਾ ਵਰਗੇ ਦਸਵੰਧ ਕੱਢਦੇ, ਇਹਦਾ ਮਤਲਬ ਫਿਰ ਤੂੰ ਸੱਚਖੰਡ ਜਾਣਗੇ। ਉਹ ਤਾਂ ਦਾਨ ਹੀ ਬਹੁਤ ਵੱਡਾ ਕਰ ਰਹੇ ਆ। 98% ਦਾਨ। ਜਿਨ੍ਹਾਂ ਦਾ 2% ਵੀ ਅਰਬਾਂ ਖਰਬਾਂ 'ਚ ਹੈ, ਉਹਨਾਂ ਦਾ 98% ਦਾਨ ਕਿੱਡਾ ਵੱਡਾ ਹੋਏਗਾ? ਦਾਨ ਵੱਡਾ ਨਹੀਂ ਹੈ, ਸਤਿਗੁਰੂ ਕਹਿੰਦੇ ਨਾਮ ਵੱਡਾ ਹੈ। ਜੇ ਜੀਵਨ ਵਿੱਚ ਨਾਮ ਨਹੀਂ ਨਾ, ਤੇ ਤੇਰਾ ਦਾਨ, ਤੇਰੀ ਤਪੱਸਿਆ, ਤੇਰੀ ਸੇਵਾ ਬੇਅਰਥ ਹੈ। ਜਿਵੇਂ ਇੱਕ ਤੋਂ ਬਗੈਰ ਜੀਰੋਆਂ ਦਾ ਮੁੱਲ ਹੀ ਕੋਈ ਨਹੀਂ। ਆਖੋ ਸਤਿਨਾਮ। ਜੇ ਏਕਾ ਲੱਗ ਗਿਆ, ਕਿਸੇ ਵੀ ਚੈੱਕ ਤੇ 1 ਲੱਖ ਕੇ ਜੀਰੋਆਂ ਲਾਈ ਚਲੋ, ਰਕਮ ਵਧਦੀ ਵਧਦੀ ਵਧੀ ਹੋ ਜਾਂਦੀ ਹੈ, ਖਜ਼ਾਨੇ ਹਲਾਲ। ਕਿਸੇ ਕਾਪੀ ਤੇ 1 ਪਾ ਕੇ ਪਿੱਛੇ ਜੀਰੋਆਂ ਲਾਈ ਚਲੋ, ਉਹਨਾਂ ਜੀਰੋਆਂ ਨੂੰ ਗਿਣਨ ਵਾਸਤੇ, ਉਹਨੇ ਨੋਟਾਂ ਨੂੰ ਗਿਣਨ ਵਾਸਤੇ ਸਮਾਂ ਲੱਗੂਗਾ। ਪਰ ਹਜ਼ਾਰਾਂ ਜੀਰੋਆਂ ਲਾ ਕੇ, ਲੱਖਾਂ ਲਾ ਕੇ ਲੈ ਜਾਓ, ਪਰ 1 ਨਾ ਲਾਇਓ। ਅਗਲਾ ਚੈੱਕ ਵੀ ਜਲਾ ਕੇ ਮਾਰਦਾ, ਕਹਿੰਦਾ ਬਲੈਂਕ ਹੈ, ਖਾਲੀ ਲੈ ਜਾ ਘਰੇ, ਭਰੀ ਕੁਛ ਨਹੀਂ। ਪਰ ਜੇ 10 ਦਾ ਵੀ ਭਰਿਆ ਹੋਊਗਾ ਨਾ, 10 ਰੁਪਏ 100 ਨਹੀਂ 10, ਤਾਂ ਵੀ ਬੈਂਕ ਵਾਲਾ ਭੰਬਲ ਭੂਸੇ 'ਚ ਪਿਆ, ਕਹਿੰਦਾ ਤੇਰਾ ਯਾਰ 10 ਵਾਲਾ ਲਾਵਾਂਗੇ, ਐਡੇ ਦੇ ਚਾਰਜਿਸ ਲੱਗ ਜਾਂਦੇ ਆ। ਮਤਲਬ 1 ਲੱਗਾ ਨਾ, ਮੁੱਲ ਹੈ ਨਾ ਉਹਦਾ, ਭਾਵੇਂ 1 ਰੁਪਈਆ ਲਿਖ ਦਿਓ। ਗੁਰੂ ਸਾਹਿਬ ਕਹਿੰਦੇ ਨਾਮ ਇੱਕ ਹੈ। ਜਿਹਦੇ ਜੀਵਨ ਵਿੱਚ ਇੱਕ ਪਰਮੇਸ਼ਰ ਦਾ ਨਾਮ ਆ ਗਿਆ, ਉਹਦਾ ਥੋੜਾ ਜਿਹਾ ਦਾਨ, ਥੋੜਾ ਜਿਹਾ ਪੁੰਨ, ਥੋੜਾ ਜਿਹਾ ਤਪ, ਥੋੜੇ ਜਿਹੇ ਚੰਗੇ ਕਰ,
ਫਿਰ ਜ਼ੀਰੋਆਂ ਦਾ ਕੰਮ ਕਰਕੇ ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000 ਤੇ ਦਰਿਆ। ਫਿਰ ਉਹ ਇਨਸਾਨ ਜੱਗ ਵਿੱਚ ਵੱਡਾ ਹੁੰਦਾ ਏ। ਸੇ 10 ਗੁਣ ਅਦਕ ਫਲ ਪਾਵੇਂ, ਹੋਏ ਮੁਕਤ ਜਮ ਸੰਗ ਨ ਜਾਵੇਂ। ਭਾਈ ਉਹ 10 ਗੁਣਾ ਫਲ ਪ੍ਰਾਪਤ ਕਰਦੇ ਨੇ, ਉਹ ਮੁਕਤੀ ਦੇ ਮਾਰਗ ਤੇ ਚੱਲਦੇ ਨੇ, ਜਮਾਂ ਦੇ ਵਸ ਨਹੀਂ ਪੈਂਦੇ। ਜਿਹਨੇ ਨਾਮ ਨਹੀਂ ਜਪਿਆ, ਕੱਲਾ ਦਾਨ ਕੀਤਾ, ਉਹਨੂੰ ਵੀ ਜਮ ਘੜੀਸਦੇ। ਜਿਹਨੇ ਦੁਨੀਆ 'ਚ ਕੇਵਲ ਚੰਗੇ ਕੰਮ ਹੀ ਕੀਤੇ ਆ, ਸਿਮਰਨ ਨਹੀਂ ਕੀਤਾ, ਵਸ ਉਹ ਵੀ ਪੈਂਦਾ। ਕੱਲੀ ਸੇਵਾ ਵਾਲਿਆਂ ਨੂੰ ਵੀ ਘੜੀਸਾ ਪੈਂਦਾ। ਉਹ ਕਹਿੰਦੇ ਆ ਵੀ ਜੇ ਮਾੜੀ ਮੋਟੀ ਸ਼ਾਂਤੀ ਲੈਣੀ, ਫਲਾਣੀ ਕੀਤੀ, ਸੇਵਾ ਦੇ ਦੇ, ਨਾਮ ਤੇ ਆ ਕੇ ਡਰ ਜਾਂਦੇ ਆ। ਕਹਿੰਦੇ ਨਾਮ ਤੇ ਰੱਬ ਦਾ, ਕਹਿੰਦੇ ਇਹਦਾ ਅਸੀਂ ਕੀ ਕਰ ਸਕਦੇ, ਸਾਡਾ ਖਹਿੜਾ ਨਹੀਂ ਛੁੱਟਣਾ। ਨਾ ਹੋ ਨਾ ਤੂੰ ਨਹੀਂ ਛੁੱਟਾ ਹੈ, ਨਿਕਟ ਨਾ ਜਾਈਓ ਦੂਧ। ਧਰਮਰਾਜ ਵੀ ਕਹਿੰਦਾ ਦੂਤੋ ਮੇਰਿਓ, ਵੇਖਿਓ ਕਿਤੇ ਨਾਮ ਜਪਣ ਵਾਲੇ ਦੇ ਕੋਲੋਂ ਵੀ ਨਾ ਲੰਘ ਜਿਓ। ਹੱਥ ਪਾਉਣਾ, ਉਹਨਾਂ ਨੂੰ ਗ੍ਰਿਫਤਾਰ ਕਰਨਾ ਤੇ ਬਹੁਤ ਦੂਰ ਦੀ ਗੱਲ ਹੈ। ਨਾ ਮੈਂ ਮੇਰਾ ਖਹਿੜਾ ਛੁੱਟਣਾ, ਨਾ ਮੇਰੀ ਪੁਰੀ ਦਾ ਕੋਲੇ ਨਾ ਲੰਘ, ਕਿਉਂਕਿ ਪਾਪ ਇੰਨਾ। ਸਤਿਗੁਰ ਕਹਿੰਦੇ ਇੱਕ ਲੱਗਿਆਂ ਤੋਂ 10 ਗੁਣਾ ਫਲ ਹੁੰਦਾ ਏ। ਉਹ ਕੋਈ ਵੀ ਕਰ ਲੂ। ਨਾਮ ਜਪਣ ਵਾਲਾ ਮਾੜੇ ਕੰਮ ਕਰੂ, ਉਹਦਾ ਫਲ ਵੀ 10 ਗੁਣਾ। ਲੋਕੀ ਕਹਿ ਦਿੰਦੇ ਆ, ਕਹਿੰਦੇ ਨਾਸਤਕ ਬੰਦਾ ਤੇ ਆਹ ਕੰਮ ਕਰੇ, ਚਲੋ ਗੱਲ ਬਣਦੀ ਹੈ। ਧਰਮੀ ਬੰਦਾ ਵੀ ਉਹੋ ਜਿਹਾ ਕੰਮ, ਬਦਨਾਮੀ ਵੱਡੀ ਹੈ ਨਾ ਫਿਰ। ਕਿਉਂ? ਕਿਉਂਕਿ 10 ਗੁਣਾ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ, ਰਾਜਾ ਮਦਰਬੈਨ ਮੂਰਤੀਆਂ ਦੀ ਪੂਜਾ, ਜਪ ਤਪ ਕਰਨਾ, ਨਾਮ ਤੋਂ ਬਿਨਾ ਪਖੰਡ ਹੈ। ਆਹੇ ਸਿਰੋ ਮਨ ਸਭ ਕੋ ਨਾਮੂ, ਸਿਮਰੋ ਸਦਾ ਆਨ ਤਜ ਕਾਮੂ। ਭਾਈ ਇਸ ਕਰਕੇ ਨਾਮ ਸਿਮਰਨਾ ਬਹੁਤ ਵੱਡਾ ਹੈ। ਕਲਯੁਗ ਦੇ ਵਿੱਚ ਕੇਵਲ ਨਾਮ ਨੇ ਹੀ ਕੰਮ ਆਉਣਾ ਹੈ। ਜਿਵੇਂ ਇੱਕ ਤੋਂ ਬਗੈਰ ਗਿਣਤੀ ਨਹੀਂ ਹੈ। ਤੁਸੀਂ ਕਹੋਗੇ ਇੱਕ ਤੋਂ ਬਿਨਾਂ 2 3 4 5 6 7 8 9 ਤੱਕ ਬਹੁਤ ਕੁਛ ਹੈ, ਪਰ 9 ਤੋਂ ਬਾਅਦ ਇੱਕ ਫੇਰ ਘੇਰ ਲੈਂਦਾ, ਕਹਿੰਦਾ 10 ਬਣਾ। ਫਿਰ 11 ਦੀ ਸ਼ੁਰੂਆਤ ਤੇ ਇੱਕ ਫੇਰ ਆ ਜਾਂਦਾ, 20 ਤੋਂ ਬਾਅਦ 21 ਤੇ ਫੇਰ ਆ ਗਿਆ, ਚੱਲ ਰਿਹਾ। ਫਿਰ 31 ਤੇ ਆ ਜਾਣਾ, ਫਿਰ 41 ਤੇ ਆ ਜਾਣਾ। ਇੱਕ ਨਾਲ ਨਾਲ ਚੱਲਦਾ ਜਾਣਾ। ਇੱਕ ਕੌਣ ਹੈ? ਪਰਮੇਸ਼ਰ ਦਾ ਨਾਮ। ਤੇਰੇ ਕਰਮਾਂ ਧਰਮਾਂ ਦੇ ਵਿੱਚ ਨਾਮ ਹੀ ਸਭ ਤੋਂ ਉੱਤਮ ਤੇ ਵੱਡਾ ਏ। ਮਦਰ ਬੈਨ ਸੁਣਿਐ ਮਨ ਐਸਾ, ਹੋਤ ਪਛੂ ਹਰਿਆਇਓ ਜੈਸਾ। ਮਦਰ ਬੈਨ ਸਤਿਗੁਰਾਂ ਦੇ ਬਚਨ ਸੁਣੀ ਜਾਏ, ਬੜਾ ਚੰਗਾ ਲੱਗੇ ਉਹਨੂੰ। ਉਹਦੀ ਹਾਲਤ ਪਤਾ ਕਿਹੋ ਜੀ ਹੈ? ਕਹਿੰਦੇ ਜਿਵੇਂ ਹਰੇ ਖੇਤ ਵਿੱਚ ਪਸ਼ੂ ਵੜ ਜਾਂਦੇ ਨੇ। ਹਰੇ ਖੇਤ ਵਿੱਚ ਪਸ਼ੂਆਂ ਦੀ ਆਦਤ ਆ, ਉਹਨਾਂ ਨੂੰ ਹਰਿਆਵਲ ਬਹੁਤ ਪਸੰਦ ਹੈ। ਲੋਕਾਂ ਦੇ ਖੇਤਾਂ 'ਚ ਤਾਰਾਂ ਵੀ ਲੱਗੀਆਂ ਹੋਣ ਤਾਂ ਵੀ ਮੂੰਹ ਮਾਰ ਦਿੰਦੇ। ਮਤਲਬ ਕੀ ਹੈ ਇਹਦਾ? ਪਸ਼ੂਆਂ ਨਾਲ ਤਰਜੀਹ ਕਿਉਂ? ਜਿਵੇਂ ਪਸ਼ੂਆਂ ਨੂੰ ਹਰਾ ਚੰਗਾ ਲੱਗਦਾ ਹੈ, ਹਰਾ ਚਾਰਾ ਪਸੰਦ ਹੈ, ਦੂਜੇ ਦੀ ਖੁਰਲੀ 'ਚ ਮੂੰਹ ਮਾਰਨਾ ਨਾ। ਕਹਿੰਦੇ ਜਦੋਂ ਕੋਈ ਰੱਬ ਦੀ ਗੱਲ ਕਰਦਾ, ਰੱਬ ਦਾ ਪਿਆਰਾ ਕਹਿੰਦਾ ਹੁਣ ਮੈਂ ਭੁੱਖੇ ਪਸ਼ੂ ਵਾਂਗ ਖੇਤ 'ਚ ਵੜ ਗਿਆ, ਮੈਨੂੰ ਆਨੰਦ ਇੰਨਾ ਆਉਂਦਾ, ਮੈਨੂੰ ਨਹੀਂ ਪਤਾ ਖੇਤ ਕਿੱਡਾ ਵੱਡਾ, ਕਿਹਦਾ ਹੈ, ਕੋਈ ਸੋਟੀਆਂ ਮਾਰੇ, ਕੋਈ ਰੌਲਾ ਪਾਵੇ, ਪਸ਼ੂ ਥੋੜੀ ਸੁਣਦਾ ਕਿਸੇ, ਆਪਣੇ ਆਨੰਦ 'ਚ ਹੈ ਨਾ। ਕਹਿੰਦੇ ਜਿਵੇਂ ਇੱਕ ਖੇਤ ਵਿੱਚ ਵੜਿਆ ਪਸ਼ੂ ਰਸ ਲੈਂਦਾ ਏ, ਆਨੰਦ ਲੈਂਦਾ, ਭੁੱਲ ਜਾਂਦਾ ਇਹਦਾ ਮਾਲਕ ਕੌਣ ਹੈ। ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਰਾਜਾ ਮਦਰਬੈਨ ਪਸ਼ੂ ਵਾਂਗ ਅੰਦਰੋਂ ਲਾਲਚੀ ਹੋ ਗਿਆ। ਨਿਜ ਸਥਾਨ ਕੋ ਤਜ ਤਜ ਜਾਏ, ਕ੍ਰਿਖੀ ਬਿਖੈ ਮੇ ਪਰ ਹੈ ਧਾਏ। ਹੁਣ ਪਸ਼ੂ ਕਦੇ ਨਹੀਂ ਵੇਖਦਾ, ਗਾਂ ਮੱਝ ਬੱਕਰੀ ਵੇਖਦੀ ਵੀ ਖੇਤ ਦਾ ਰਾਖਾ ਕੌਣ ਹੈ, ਮਾਲਕ ਕੌਣ ਹੈ, ਮੇਰਾ ਮਾਲਕ ਕਿੱਥੇ ਹੈ। ਪਸ਼ੂਆਂ ਨੂੰ ਕੱਢਣਾ ਪੈਂਦਾ, ਹਟਾਉਣਾ ਪੈਂਦਾ ਵੀ ਚੱਲ ਓਏ ਕਿ ਤੇਰੇ ਖੇਤ ਨਹੀਂ ਕਰ ਰੋਲਦਾ। ਅੱਗੇ 4 ਗਾਵਾਂ ਹੁੰਦੀਆਂ ਸੀ, ਲੋਕ ਗਾਵਾਂ ਮੱਝਾਂ ਨੂੰ ਚਾਰਨ ਜਾਂਦੇ, ਘਰ ਨੂੰ ਲਿਆਉਂਦੇ ਵੀ ਉਹ ਇੱਧਰ ਉੱਧਰ ਹੁੰਦੇ, ਸੋਟੀਆਂ ਖਾਂਦੇ ਸੀ, ਮੋੜਨੇ ਪੈਂਦੇ ਸੀ ਵੀ ਹੁਣ ਘਰੇ ਜਾਣਾ ਹੈ। ਉਹ ਰੱਜੇ ਹੋਏ ਵੀ ਖੇਤਾਂ ਵੱਲ ਹੀ ਵੜਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਵੇਖਦੇ ਆ, ਰਾਜਾ ਮਦਰਬੈਨ ਕਹਿੰਦੇ ਇਹਨਾਂ ਗੁਣਾਂ ਨੂੰ ਸੁਣ ਸੁਣ ਕੇ, ਨਾਮ ਦੀ ਮਹਿਮਾ ਸੁਣ ਕੇ ਅੱਗੇ ਵਧੀ ਜਾਂਦਾ। ਮਹਾਰਾਜ ਆਹ ਵੀ ਦੱਸ ਦਿਓ, ਆਹ ਵੀ ਦੱਸ ਦਿਓ, ਆਹ ਵੀ ਦੱਸ ਦਿਓ। ਬਾਣੀ ਲਿਖਦੀ, ਜਿਉ ਕਿਰਖ ਹੈ ਹਰਿਆਇਓ ਪਸ਼ੂਆ। ਜਿਵੇਂ ਕਿਰਖੀ ਖੇਤਾਂ ਨੂੰ ਵੇਖ ਕੇ, ਹਰੇ ਹਰੇ ਘਾਹ ਨੂੰ ਵੇਖ ਕੇ ਪਸ਼ੂ ਦੌੜਿਆ ਜਾਂਦਾ ਹੈ। ਇਹ ਨੈਗੇਟਿਵਿਟੀ ਥੋੜਾ ਹੈ, ਪੋਜ਼ਿਟਿਵ ਗੁਣਾ ਪਸ਼ੂ ਦਾ। ਉਹਨੂੰ ਹਰਿਆਵਲ ਚੰਗੀ ਲੱਗਦੀ ਹੈ, ਉਹ ਐਡਾ ਬੇਪਰਵਾਹ ਹੋ ਜਾਂਦਾ ਹੈ। ਕੋਈ ਡਾਂਗਾ ਮਾਰੇ, ਸੋਟੇ ਚੱਕੀ ਫਿਰੇ, ਭਾਵੇਂ ਹਨੇਰਾ ਹੋ ਜੇ, ਉਹਨੇ ਨਹੀਂ ਵੇਖਣਾ ਕਿਸੇ ਗਣੀ। ਉਹ ਕਹਿੰਦਾ ਹਰਾ ਘਾਹ ਆ ਗਿਆ ਤੇ ਤੂੰ ਕੌਣ ਹੈ। ਕਈ ਵਾਰ ਪਸ਼ੂ ਤੇ ਸੋਟੀਆਂ ਮਾਰੀ ਚਲੋ ਨਿਕਲ ਜਾਈਦਾ, ਖੇਤ 'ਚ ਬਾਹਰ ਹੀ ਨਹੀਂ ਆਉਂਦਾ।
ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ਼ਾਰਾ ਕੀਤਾ ਬਸ ਕਰ ਉਪਦੇਸ਼ ਬੜਾਏ, ਉਹ ਫੇਰ ਪੁੱਛਦਾ ਹੈ ਸਤਿਗੁਰੂ ਜੀ ਅੱਗੇ ਹੋਰ ਸੁਣਾ ਦਿਓ। ਆਠ ਭਾਰ ਗੁਰ ਸ਼ਬਦ ਮਹਾਨਾ, ਜਿਨ ਘਰ ਪਾਏ ਸੋ ਧਰਨ ਥਾਨਾ। ਗੁਰੂ ਸਾਹਿਬ ਆਖਣ ਲੱਗੇ ਕਹਿੰਦੇ ਰਾਜਨ ਤੇਰੇ ਗਲ 'ਚ ਡਾਹਾ ਪਾਉਣਾ ਪੈਣਾ। ਪੁਰਾਣੇ ਬਜ਼ੁਰਗ ਜਾਣਦੇ ਆ ਡਾਹਾ ਕੀ ਨੂੰ ਕਹਿੰਦੇ। ਪਸ਼ੂਆਂ ਦੇ ਗਲ 'ਚ ਰੱਸਾ ਜਾਂ ਸੰਗਲ ਪਾ ਕੇ ਨਾ ਇੱਕ ਡਾਂਗ ਜੀ ਬੰਨ੍ਹ ਦਿੰਦੇ, ਕੀਲਾ ਆ। ਜੇ ਉਹਨੇ ਭੱਜਣਾ, ਜੇ ਉਹਨੇ ਤੁਰਨਾ ਤੇ ਉਹਦੀਆਂ ਲੱਤਾਂ ਤੇ ਜਦੋਂ ਡਾਂਗ ਜੀ ਵੱਜਦੀ, ਸੋਟਾ ਜਾਂ ਵੱਜਦਾ ਨਾ, ਕੀਲਾ ਪਾਇਆ ਲੱਕੜ ਦਾ, ਉਹ ਹੌਲੀ ਤੁਰਦਾ ਸੀ, ਭੱਜਦਾ ਨਹੀਂ ਸੀ, ਹੌਲੀ ਹੌਲੀ ਜਾਣਾ ਉਹਨੇ। ਇਸ ਕਰਕੇ ਉਹ ਬੈਠਣਾ ਹੀ ਪਸੰਦ ਕਰਦਾ ਸੀ ਵੀ ਇਹਦੇ ਨਾਲੋਂ ਬਹਿ ਜਾਓ ਚੰਗਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਜਨ ਮਨ ਤੇਰਾ ਹਰੇ ਵੱਲ ਭੱਜਿਆ ਜਾਂਦਾ ਹੈ। ਹਰਾ ਕੀ ਹੈ? ਪਦਾਰਥ, ਗੱਲਾਂ। ਮਨ ਪਸ਼ੂ ਵਰਗਾ ਏ। ਕਹਿੰਦੇ ਗੁਰੂ ਨੇ ਆਪਣੇ ਸ਼ਬਦ ਦਾ ਡਾਹਾ ਗਲ ਪਾਤਾ ਵੀ ਹੁਣ ਭੱਜ ਗਏ। ਤੇ ਗੁਰੂ ਦਾ ਸ਼ਬਦ ਹੀ ਹੈ ਨਾ, ਜੇ ਸ਼ਬਦ ਦਾ ਕੁੰਡਾ ਲੱਗ ਜੇ, ਸ਼ਬਦ ਦਾ ਬਾਣ ਲੱਗ ਜੇ ਤੇ ਮਨ ਟਿਕਦਾ ਹੀ ਤਾਂ ਹੈ। ਦੱਸੋ ਜੀ ਦੁਨੀਆ 'ਚ ਕਿਹੜੀ ਮੈਡੀਸਨ ਆ ਜਾਂ ਕਿਹੜਾ ਇੰਜੈਕਸ਼ਨ ਹੈ ਜਿਹੜਾ ਸਾਡੇ ਮਨ ਨੂੰ ਸਥਿਰ ਕਰ ਦੇ? ਬੇਸ਼ੱਕ ਤੁਸੀਂ ਕਹੋਗੇ ਸਰਜਰੀ ਹੁੰਦੀ ਆ, ਬੰਦਾ ਸੁੰਨ ਪਿਆ ਹੁੰਦਾ, ਬੋਡੀ ਸੁੰਨ ਹੈ, ਮਨ ਸੁੰਨ ਨਹੀਂ ਹੈ। ਬੜੇ ਲੋਕ ਸਰਜਰੀ ਦੇ ਟਾਈਮ ਤੇ ਵੀ ਸੁਪਨੇ ਲੈਂਦੇ ਹੁੰਦੇ ਆ। ਕਈ ਵਾਰ ਮਨ ਉਹਨਾਂ ਦਾ ਦੁਨੀਆ ਨਾਲ ਗੱਲਾਂ ਬਾਤਾਂ ਕਰਦਾ ਫਿਰਦਾ, ਇੱਧਰ ਉੱਧਰ ਤੁਰਿਆ ਫਿਰਦਾ ਏ। ਕਈ ਵਾਰ ਭੂਖ ਨੀਂਦ ਵਿੱਚ ਹੋ ਕੇ ਵੀ ਮਨ ਸੰਕਲਪ ਕਰਦਾ ਰਹਿੰਦਾ ਏ, ਬਾਹਰ ਭਾਵੇਂ ਸਰਜਰੀ ਹੋ ਰਹੀ ਹੈ, ਪਰ ਮਨ ਦਾ ਤੇ ਕੋਈ ਇਲਾਜ ਨਹੀਂ ਨਾ ਹੋਇਆ। ਕਹਿੰਦੇ ਪਸ਼ੂ ਦਾ ਇਲਾਜ ਇੱਕੋ ਹੀ ਆ, ਡਾਂਗਾ ਮਾਰੋਗੇ ਢੀਠ ਹੋ ਜਾਊਗਾ। ਸਿਆਣੇ ਉਹਦੇ ਗੱਲ ਡਾਹਾ ਪਾ ਦਿੰਦੇ ਆ, ਲੱਕੜ ਪਾ ਦਿੰਦੇ ਆ। ਕਹਿੰਦੇ ਨਾ ਇਹ ਭੱਜ ਸਕੇ, ਨਾ ਇਹ ਬਹਿ ਸਕੇ, ਨਾ ਇਹ ਦੌੜ ਸਕੇ, ਤੇ ਨਾ ਕਿਸੇ ਦੇ ਖੇਤਾਂ 'ਚ ਵੜੇ, ਕਿਉਂਕਿ ਬਾਰ-ਬਾਰ ਜੋ ਲੱਤਾਂ 'ਚ ਵੱਜਦਾ ਤੇ ਖਾਣ ਵਾਲੇ ਪਾਸੇ ਧਿਆਨ ਨਹੀਂ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਸ਼ਬਦ ਦਾ ਡਾਹਾ ਇਸ ਮਨ ਦੇ ਗਲ ਪਾਉਣਾ ਏ, ਇਹਨੇ ਦੌੜਨੋਂ ਹਟ ਜਾਣਾ ਏ। ਮੋਹਰ ਨਾ ਦੋਹਰੇ ਕਰ ਅਨੁਸਾਰੇ, ਸੇ ਹਰ ਦਰਗਹਿ ਜਾਹੇ ਸੁਖਾਰੇ। ਭਾਈ ਜਿਨ੍ਹਾਂ ਜਿਨ੍ਹਾਂ ਸ਼ਬਦ ਕਮਾਇਆ ਉਹ ਹਰੀ ਦੀ ਦਰਗਾਹ ਦੇ ਵਿੱਚ ਸੌਖੇ ਜਾਂਦੇ ਆ, ਕਿਉਂਕਿ ਦਰਗਾਹ 'ਚ ਤੇ ਸਾਰਿਆਂ ਨਹੀਂ ਜਾਣਾ। ਚੰਗਾ ਹੋਵੇ, ਮਾੜਾ ਹੋਵੇ, ਧਰਮੀ ਹੋਵੇ ਜਾਂ ਧਰਮੀ ਹੋਵੇ, ਦਰਗਾਹ ਦਰਗਾਹ ਦਾ ਫਰਕ ਹੈ। ਇੱਕ ਹੈ ਦਰਗਾਹ ਪ੍ਰਭੂ ਪਰਮਾਤਮਾ ਦੀ, ਇੱਕ ਦਰਗਾਹ ਹੈ ਧਰਮਰਾਜ ਦੀ। ਬੰਦਗੀ ਵਾਲੇ ਧਰਮਰਾਜ ਕੋਲ ਜਾਂਦੇ ਆ, ਪਰ ਇਹ ਥੋੜਾ ਵੀ ਉੱਥੇ ਕੋਈ ਚੈੱਕ ਪੁਆਇੰਟ ਬਣਿਆ ਉਹਨਾਂ ਲਈ, ਕੋਈ ਰੋਕੂਗਾ, ਕੋਈ ਪੁੱਛੂ, ਕੋਈ ਨਹੀਂ ਪੁੱਛਦਾ। ਧਰਮਰਾਜ ਵੀ ਸਤਿਕਾਰ ਕਰਕੇ ਕਹਿੰਦੇ ਜੀ ਜਾਓ। ਜਿਵੇਂ ਟੋਲ ਪਲਾਜ਼ੇ ਤੇ ਹਰ ਗੱਡੀ ਨੂੰ ਖੜਨਾ ਪੈਂਦਾ ਨਾ, ਰੱਬ ਦੇ ਪਿਆਰਿਆਂ ਨੂੰ ਵੀ ਧਰਮਰਾਜ ਦੀ ਕਚਹਿਰੀ ਜਾਣਾ ਪੈਂਦਾ ਏ, ਪਰ ਉਸ ਕਚਹਿਰੀ ਵਿੱਚ ਮਾਣ ਸਨਮਾਨ ਹੁੰਦਾ, ਰਸਤਾ ਹੀ ਹੋਰ ਹੈ। ਤੇ ਮਨਮੁਖਾਂ ਦਾ ਤੇ ਘੜੀਸਾ ਚੱਲਦਾ, ਉਹਦੇ ਇੱਧਰ ਉੱਧਰ ਕੁੱਟ ਖਾਂਦੇ ਫਿਰੀ ਜਾਂਦੇ। ਕਈ ਸਾਲ ਚੱਲੀ ਜਾਂਦਾ ਕੰਮ, 365 ਦਿਨ ਲੱਗਦੇ ਆ, ਭਾਵ 1 ਸਾਲ ਮਰਨ ਤੋਂ ਬਾਅਦ ਧਰਮਰਾਜ ਦੀ ਕਚਹਿਰੀ ਜਾਂ ਘੜੀਸੇ ਬਾਈ ਕਰਦੇ ਆ। ਇਸੇ ਕਰਕੇ ਬਾਣੀ ਨੇ ਲਿਖਿਆ ਨਾ, ਜਿਹੇ ਮਾਰਗ ਕੀ ਗਲੀ ਜਾਹੇ ਨਾ ਕੋਸਾ। ਕਹਿੰਦੇ ਜਿਹੜੇ ਰਸਤੇ ਦੇ ਕੋਹ, ਮਤਲਬ ਸਫ਼ਰ ਏਡਾ ਵੱਡਾ, ਅੱਗੇ ਕੋਹ ਚੱਲਦੇ ਹੁੰਦੇ ਸੀ, ਹੁਣ ਕਿਲੋਮੀਟਰ ਚੱਲਦੇ ਆ। ਕੋਹਾਂ ਦੇ ਵਿੱਚ 2.5 3 ਕਿਲੋਮੀਟਰ ਦਾ ਏਰੀਆ ਆ ਜਾਂਦਾ ਹੈ। ਕਹਿੰਦੇ ਜਿਸ ਮਾਰਗ ਦੇ ਕੋਹ ਨਹੀਂ ਗਿਣੇ ਜਾ ਸਕਦੇ, ਉੱਥੇ ਕੌਣ ਬਚਾਊਗਾ? ਹਰ ਕਾ ਨਾਮ ਊਹਾ ਸੰਗ ਤੋਸਾ। ਕਹਿੰਦੇ ਹਰੀ ਦਾ ਨਾਮ ਉੱਥੇ ਇੱਕ ਤੋਸਾ, ਕਹੀਏ ਖਜ਼ਾਨਾ ਹੈ, ਇੱਕ ਪਰਸ ਹੈ, ਇੱਕ ਪੇਟੀ ਹੈ ਨਾ ਤੁਹਾਡਾ। ਜਿਹਦੇ ਕੋਲ ਕਰੰਸੀ ਹੈ, ਜਿਹਦੇ ਕੋਲ ਪੈਸਾ ਹੈ, ਉਹਨੂੰ ਕੋਈ ਟੋਲ ਪਲਾਜ਼ੇ ਵਾਲਾ ਰੋਕ ਸਕਦਾ? ਆਪਣੇ ਆਪ ਬੈਰੀਅਰ ਚੁੱਕਿਆ ਜਾਂਦਾ ਜਿਹਦੇ ਕਾਰਡ ਦਾ ਜਾ ਰਹੀ ਹੈ ਨਾ। ਜਿਹਦੇ ਕੋਲ ਪੈਸਾ ਹੈ ਉਹ ਵਿਦੇਸ਼ ਜਾਵੇ, ਕੋਈ ਚੈੱਕ ਪੁਆਇੰਟ ਰੋਕਦਾ? ਮਾਇਆਧਾਰੀ ਬੰਦੇ ਵਾਸਤੇ ਤੇ ਲੈਣਾ ਵੀ 에어ਪੋਰਟ ਤੇ VIP ਹੁੰਦੀ ਹੈ, ਪੈਸੇ ਵਾਲਾ ਕੋਈ ਰੋਕਦਾ ਨਹੀਂ, ਪਰ ਜਾਣਾ ਤੇ ਪੈਂਦਾ ਹੀ ਹੈ ਨਾ। ਚਾਹੇ ਅਮੀਰ ਬੰਦਾ, ਚਾਹੇ ਗਰੀਬ ਬੰਦਾ, ਚਾਹੇ ਆਪਣਾ ਜੈਟ ਕਰੇ, ਜਾਣਾ ਤੇ 에어ਪੋਰਟ ਦੀ ਪਊ। ਚਾਹੇ ਪ੍ਰਧਾਨ ਮੰਤਰੀ ਵੀ ਕਿਉਂ ਨਾ ਆਵੇ, ਉਹਨੂੰ ਵੀ 에어ਪੋਰਟ ਤੋਂ ਚੜ੍ਹਨਾ ਪੈਣਾ, ਭਾਵੇਂ ਉਹਦਾ ਆਪਣਾ ਪਲੇਨ ਖੜਾ ਹੋਵੇ। ਰਨਵੇ ਤੇ ਉੱਥੇ ਹੀ ਹੈ, ਜਾਣਾ ਤੇ ਉੱਥੇ ਹੀ ਪੈਣਾ ਹੈ, ਪਰ ਉਹਦੇ ਲਈ ਰਸਤੇ ਸਪੈਸ਼ਲ। ਰੱਬ ਦੇ ਪਿਆਰੇ ਵੀ ਜਾਂਦੇ ਨੇ ਧਰਮਰਾਜ ਦੀ ਕਚਹਿਰੀ ਵਿੱਚ, ਪਰ ਬੜੇ ਮਾਣ ਨਾਲ, ਇੱਜ਼ਤ ਨਾਲ, ਸਤਿਕਾਰ ਨਾਲ ਜਾਂਦੇ ਆ। ਮਹਾਰਾਜ ਕਹਿੰਦੇ ਦਰਗਾਹ ਵਿੱਚ ਉਹਨਾਂ ਦੀ ਇੱਜ਼ਤ ਹੁੰਦੀ ਹੈ, ਸਨਮਾਨ ਹੁੰਦਾ ਏ। ਤੇ ਜਿਹੜੇ ਮਨਮੁਖ ਲੋਕੀ, ਉਹਨਾਂ ਦਾ ਤੇ ਰਾਹ ਹੀ ਹੋਰ ਆ, ਉਧਰ ਤੇ ਕੁੱਟ ਕਟਾਪਾ ਚੱਲਦਾ ਹੈ, ਮਾੜੇ ਕੰਮਾਂ ਦੇ ਹਿਸਾਬ ਕਿਤਾਬ ਚੱਲਦੇ ਆ। ਪਰ ਕਹਿੰਦੇ ਜਿੱਧਰੋਂ ਇਹ ਜਾਂਦੇ ਆ, ਉਹਨਾਂ ਰਾਹਾਂ ਤੇ ਫੁੱਲ ਵਿਛ, ਕਿਉਂ? ਪੱਲੇ ਨਾਮ ਹੈ, ਐਸੀ ਕਰੰਸੀ ਹੈ ਜੋ ਹਰ ਥਾਂ ਉੱਤੇ ਚੱਲਦੀ ਹੈ। ਅਸ ਪਰ ਘਰ ਕੋ ਸੁਣਿਆ ਉਪਦੇਸ਼ਾ, ਨਾਮ ਲੱਗੇ ਲਿਵਰ ਦੇ ਨਰੇਸ਼ਾ। ਰਾਜੇ ਮਦਰ ਬੈਨ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ, ਮਨ ਤੇ ਬੜਾ ਅਸਰ ਹੋਇਆ। ਜਦੋਂ ਸੋਚਿਆ ਵੀ ਦੁਨੀਆ ਦੇ ਬਾਕੀ ਕਰਮ ਧਰਮ ਘਟਾ ਕੇ ਮੈਂ ਕੇਵਲ ਨਾਮ ਨਾਲ ਲਿਵ ਲਾਉਣੀ ਹੈ,
ਮੇਰੇ ਜੀਵਨ ਦਾ ਮਕਸਦ ਆਇਓ ਪੜਨ ਸੁਣਨ ਕੋ ਬਾਣੀ ਇਹੀ ਹੈ। ਪਰ ਬਾਣੀ ਨੇ ਲਾਂਭਾ ਦੇ ਕੇ ਗਿਆ ਹੈ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਕਹਿੰਦੇ ਪ੍ਰਾਣੀਆਂ ਨਾਮ ਨੂੰ ਵਿਸਾਰ ਕੇ ਹੋ ਕੇ ਚੀਜ਼ਾਂ 'ਚ ਲੱਗਿਆ ਫਿਰਦਾ, ਮਾਇਆ ਇਕੱਠੀ ਕਰ ਲਾ, ਪਦਾਰਥ ਇਕੱਠੇ ਕਰ ਲਾ, ਤੇਰਾ ਕੰਮ ਨਹੀਂ ਹੈ ਇਹ। ਪਰਮੇਸ਼ਰ ਦੀ ਭਗਤੀ ਕਰ, ਜਿਹਨੇ ਤੈਨੂੰ ਭੇਜਿਆ ਉਹਦਾ ਸ਼ੁਕਰਾਨਾ ਕਰਿਆ ਕਰ। ਭਾਉ ਭਗਤ ਹਿਰਦੇ ਮਿਹ ਜਾਗੀ, ਸਤ ਸੰਗਤ ਮਿਹ ਮਨ ਮਤ ਅਨਰਾਗੀ। ਰਾਜੇ ਬਦਲ ਬੈਨ ਦਾ ਮਨ ਇੰਨਾ ਸਤ ਸੰਗੀ ਹੋ ਗਿਆ, ਸੰਗਤ ਨਾਲ ਜੁੜ ਗਿਆ, ਅੱਜ ਤੋਂ ਸ਼ਿਕਾਰ ਕਰਨੇ ਛੱਡ ਦਿੱਤੇ, ਨਹੀਂ ਤੇ ਲਹੂ ਲੁਹਾਨ ਹੋਇਆ ਫਿਰਦਾ ਸੀ ਸ਼ਿਕਾਰ ਖੇਡਦਾ। ਸ਼ਿਕਾਰ ਕੌਣ ਖੇਡੂਗਾ? ਜਿਹਦੇ ਅੰਦਰ ਤਰਸ ਨਹੀਂ, ਜਿਹਦੇ ਅੰਦਰ ਦਇਆ ਹੀ ਕੋਈ ਨਹੀਂ। ਕਹਿੰਦੇ ਉਹ ਰਾਜੇ ਨੇ ਪ੍ਰਣ ਕੀਤਾ, ਪਾਤਸ਼ਾਹ ਮੈਂ ਸਾਰਾ ਜੀਵਨ ਸੰਗਤ ਰੇਖੇ, ਮੈਨੂੰ ਸੰਗਤ ਦੀ ਦਾਤ ਬਖਸ਼ ਦਿਓ। ਸ੍ਰੀ ਗੁਰ ਸੋ ਪੁਨ ਬਿਨੈ ਬਖਾਨੀ, ਨਗਰ ਵਿਖੇ ਆਨੇ ਗੁਣ ਖਾਨੀ। ਫਿਰ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿੰਦਾ, ਮਹਾਰਾਜ ਪਹਿਲਾਂ ਸੀ ਮੈਂ ਰਾਜਾ, ਰਾਜਾ ਹੋ ਕੇ ਕਹਿੰਦਾ ਸੀ ਕੱਪੜੇ ਪਾ ਲਓ, ਭੋਜਨ ਖਾ ਲਓ, ਨਗਰ ਚ ਆ ਜਾਓ, ਤੇ ਤੁਸੀਂ ਆਪਣੀ ਮੌਜ ਦੇ ਮਾਲਕ ਸੀ। ਅੱਜ ਤੇ ਮੈਂ ਤੁਹਾਡਾ ਸੇਵਕ ਹਾਂ, ਤੇ ਸੇਵਕ ਦੇ ਗ੍ਰਹਿ, ਸੇਵਕ ਦੇ ਘਰ ਗੁਰੂ ਭਗਵਾਨ ਜੀ ਜ਼ਰੂਰ ਆਉਣਾ ਪੈਣਾ। ਆਖੋ ਸਤਿਨਾਮ ਕਿਰਪਾ ਕਰੋ, ਨਗਰ ਵਿੱਚ ਚਰਨ ਪਾਓ। ਯਹ ਅਨੇਕ ਥੇ ਸੁੰਦਰ ਮੰਦਰ, ਸੁਠ ਪਰ ਜੰਕ ਦਸਾਵਾ ਅੰਦਰ। ਪਾਤਸ਼ਾਹ ਸੋਹਣੇ ਸੋਹਣੇ ਮਹਿਲ ਤੁਹਾਡੇ ਨੇ, ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸੇ ਧਿਆਏ ਸਦਾ ਵਾਲੇ ਅੰਦਰ। ਕਹਿੰਦੇ ਜਿਹਦੀ ਕਿਰਪਾ ਦੇ ਨਾਲ ਸੋਹਣੇ ਸੋਹਣੇ ਮਹਿਲਾਂ ਵਿੱਚ, ਸਰੀਰ ਰੂਪੀ ਮਹਿਲ ਵਿੱਚ ਰਹਿੰਦੇ ਆ ਨਾ, ਮਹਾਰਾਜ ਕਹਿੰਦੇ ਉਹਨੂੰ ਅੰਦਰੋਂ ਧਿਆਇਆ ਵੀ ਕਰ, ਜਪਿਆ ਵੀ ਕਰ। ਆ ਸਰੀਰ ਸਾਡਾ ਉਹਦੀ ਕਿਰਪਾ ਨਾਲ ਹੀ ਚੱਲਦਾ ਹੈ, ਉਹਦੀ ਰਹਿਮਤ ਨਾਲ ਹੀ ਚੱਲਦਾ ਏ। ਪਾਤਸ਼ਾਹ ਸੋਹਣੇ ਪਲੰਗੇ ਤੁਹਾਡੇ ਨੇ, ਸੋਹਣੇ ਮਹਿਲ ਤੁਹਾਡੇ ਨੇ, ਪਰ ਆਪ ਬਿਨਾ ਅਧੂਰੇ ਹਨ। ਰੰਗ ਅਨੇਕ ਵਿਛਾਵਣ ਛਾਏ, ਪਰ ਪੰਕਜ ਬਦਨ ਬਸਾਏ। ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੀ ਉਡੀਕ ਮੇਰਾ ਨਗਰ ਕਰਦਾ, ਮੇਰੀਆਂ ਰਾਹਾਂ ਕਰਦੀਆਂ ਨੇ। ਮੈਨੂੰ ਬਹੁਤ ਖੁਸ਼ੀ ਹੋਊਗੀ ਜੇ ਆਪ ਜੀ ਇਹਨਾਂ ਬਖਸ਼ੇ ਮਹਿਲਾਂ ਜਾਓ। ਬਿਰਤੀ ਦਾ ਫਰਕ ਪੈ ਗਿਆ ਨਾ, ਪਹਿਲਾਂ ਕਹਿੰਦਾ ਸੀ ਮਹਾਰਾਜ ਮੇਰੇ ਰਾਜ ਮਹਿਲਾਂ ਜਾਓ ਮੇਰੀ, ਹੁਣ ਕਹਿੰਦਾ ਪਾਤਸ਼ਾਹ ਆਪ ਜੀ ਦੀ ਕਿਰਪਾ ਨਾਲ ਜੋ ਕੁਝ ਵੀ ਹੈ ਸਭ ਤੁਹਾਡਾ ਹੀ ਹੈ, ਕਿਰਪਾ ਕਰਕੇ ਪਵਿੱਤਰ ਕਰ ਦਿਓ। ਚੀਜ਼ਾਂ ਦੀ ਰਾਜੇ ਦੀਆਂ ਹੀ ਨੇ, ਹਉਮੈ ਰਾਜੇ ਦੀ ਨਹੀਂ। ਹੁਣ ਜੇ ਆਪਾਂ ਕਹੀਏ ਮੈਂ ਗੁਰੂ ਨੂੰ ਤਨ ਭੇਟਾ ਕਰਤਾ, ਮਨ ਭੇਟਾ ਕਰਤਾ, ਮਾਇਆ ਭੇਟਾ ਕਰਤੀ, ਗੁਰੂ ਨੇ ਸਾਡੀ ਮਾਇਆ ਧਨ ਗੱਡੀਆਂ ਤੋਂ ਕੀ ਲੈਣਾ ਹੈ? ਹਾਂ, ਇਹਦਾ ਭਾਵ ਇਹ ਸੀ ਵੀ ਅਸੀਂ ਆਪਣੀ ਹਉਮੈ ਭੇਟਾ ਗੁਰੂ ਨੂੰ ਕਰਤੀ। ਪਾਤਸ਼ਾਹ ਕਾਰਾਂ ਗੱਡੀਆਂ ਮਹਿਲ ਮਨਾਰੇ ਪਰਿਵਾਰ ਸਭ ਤੇਰੀ ਕਿਰਪਾ ਹੈ, ਤੇਰਾ ਬਖਸ਼ਿਆ ਹੋਇਆ, ਮੇਰਾ ਇਹਨਾਂ ਵਿੱਚੋਂ ਕੁਝ ਨਹੀਂ। ਨਾਨਾ ਭਾਂਤ ਭਾਉਰ ਤਰ ਕੇ, ਘਰ ਨਿਜ ਰਾਖੇ ਸੁਖਦ ਵਿਚਰ ਕੇ। ਜਦੋਂ ਪਿਆਰ ਦੀ ਬੇਨਤੀ ਕੀਤੀ ਗੁਰੂ ਪਾਤਸ਼ਾਹ ਕਹਿੰਦੇ ਚੱਲ ਫਿਰ ਚੱਲੀਏ। ਭਾਈ ਮਰਦਾਨਾ ਜੀ ਦੇ ਚਿਹਰੇ ਤੇ ਖੁਸ਼ੀ ਆ ਗਈ ਵੀ ਭੁੱਖੇ ਮਰਦੇ ਸੀ, ਮੌਜਾਂ ਕਰਾਂਗੇ। ਆਖੋ ਸਤਿਨਾਮ, ਤੇ ਚੰਗੀ ਸੇਵਾ ਹੋ। ਸੱਚੇ ਪਾਤਸ਼ਾਹ ਮਹਿਲਾਂ ਵਿੱਚ ਆਏ, ਸੋਹਣੇ ਸੋਹਣੇ ਪਲੰਗੇ, ਕਹਿੰਦੇ ਬਾਗ ਭਰੇ ਪਏ ਨੇ ਫਲਾਂ ਨਾਲ, ਖੁਸ਼ਬੂਆਂ ਆਉਂਦੀਆਂ, ਕਿਉਂਕਿ ਹਰ ਰਾਜਾ ਮਹਾਰਾਜਾ ਆਪਣਾ ਸਪੈਸ਼ਲ ਬਾਗ ਰੱਖਦਾ, ਜਿਹਦੇ ਵਿੱਚ 12 ਮਹੀਨੇ ਕੋਈ ਨਾ ਕੋਈ ਫਲ ਲੱਗਿਆ ਰਹਿੰਦਾ, ਮਰਜ਼ੀ ਨਾਲ ਤੋੜ ਲੈਂਦੇ ਆ। ਗੁਰੂ ਸਾਹਿਬ ਆਏ, ਕਹਿੰਦੇ ਕੁਝ ਦਿਨ ਸਤਿਗੁਰਾਂ ਨੇ ਇੱਥੇ ਬਤੀਤ ਕੀਤੇ। ਸਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਨੂੰ 36 ਪ੍ਰਕਾਰ ਦਾ ਭੋਜਨ ਛਕਾਇਆ। ਉਹਨੂੰ ਸ਼ੁਕਰ ਮਨਾਉਂਦਾ, ਕਹਿੰਦਾ ਮੈਂ ਮਰਦ ਨੂੰ ਐਵੇਂ ਪੱਤਿਆਂ ਪਿੱਛੇ ਲਾਂਭੇ ਦੇਈਏ ਵੀ ਆਹ ਤੋੜ ਲੈਣ ਦਿਓ, ਆਹ ਖਾ ਲੈਣ ਦਿਓ। ਗੁਰੂ ਨੇ ਤੇ ਮੇਰੇ ਲਈ ਕਿੰਨਾ ਚੰਗਾ ਸੋਚਿਆ ਸੀ। ਆਖੋ ਸਤਿਨਾਮ। ਮੈਂ ਐਵੇਂ ਨਾਰਾਜ਼ ਰਿਹਾ ਆਪਣੀ ਮੱਤ ਨਾਲ ਵੀ ਪਾਤਸ਼ਾਹ ਮੈਨੂੰ ਨਗਰ 'ਚ ਜਾਣ ਦਿਓ। ਜੇ ਭਾਈ ਮਰਦਾਨਾ ਨਗਰ 'ਚ ਆ ਜਾਂਦਾ, ਕਿਸੇ ਨੇ ਕੀ ਪੁੱਛਣਾ ਸੀ? 2 ਰੋਟੀਆਂ ਦੇ ਦਿੰਦਾ, ਮਠਿਆਈ ਦੇ ਦਿੰਦਾ। ਪਰ ਅੱਜ ਗੁਰੂ ਦੀ ਰਜ਼ਾ ਵਿੱਚ ਹੀ ਆਇਆ, ਤੇ ਰਾਜਾ ਹੱਥ ਜੋੜੀ ਫਿਰਦਾ, ਕਮਰ ਕਸਾ ਕਰਕੇ ਰਾਜਾ ਅੱਗੇ ਪਿੱਛੇ ਫਿਰਦਾ ਏ। ਇਹਨੂੰ ਕਹਿੰਦੇ ਆ ਤੁਸੀਂ ਕੀ ਮੰਗਦੇ ਹੋ ਤੇ ਰੱਬ ਤੁਹਾਨੂੰ ਕੀ ਦੇਣਾ ਚਾਹੁੰਦਾ। ਕਈ ਵਾਰ ਸਾਡੀ ਬਿਰਤੀ ਨਾਲ, ਹੁਣ ਭਾਈ ਮਰਦਾਨਾ ਦੀ ਉਪਦੇਸ਼ ਨੇ, ਉਹ ਇਸੇ ਕਰਕੇ ਉਲਾਂਭੇ ਦਿੰਦੇ ਸੀ, ਬਾਬਾ ਮੈਂ ਤੇਰੇ ਨਾਲ ਹੀ ਰਹਿਣਾ, ਤੂੰ ਮੈਨੂੰ ਬਾਜ਼ਾਰ ਨਹੀਂ ਜਾਣ ਦਿੰਦਾ। ਗੁਰੂ ਕਹਿੰਦੇ ਬਾਜ਼ਾਰਾਂ ਦੇ ਮਾਲਕ ਕੋਲ ਤੈਨੂੰ ਲੈ ਕੇ ਜਾਣਾ, ਉਹ ਤੇਰੇ ਪੈਰ ਫੜੂਗਾ, ਸੱਜਣਾ ਤੂੰ ਬਾਜ਼ਾਰ ਪਿੱਛੇ ਲੜੀ ਜਾਂਦਾ। ਅੱਜ ਅੰਦਰ ਬੋਲਦਾ ਭਾਈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਸਾਡਾ ਕਿੰਨਾ ਭਲਾ ਮੰਗਦੇ ਨੇ। ਸਤ ਸੰਗਤ ਕੀ ਰੀਤ ਪ੍ਰਕਾਸ਼ੀ,
ਦੁਰਮਤ ਨਰ ਉਨ ਕੀਨ ਬਿਨਾਸੇ। ਰਾਜੇ ਨੇ ਆਪਣਾ ਪਰਿਵਾਰ, ਆਪਣੇ ਸੰਗੀ ਸਾਥੀ ਸਤਿਗੁਰਾਂ ਦੇ ਸਨਮੁਖ ਲਿਆਂਦੇ। ਗੁਰੂ ਸਾਹਿਬ ਨੇ ਉਪਦੇਸ਼ ਬਖਸ਼ਿਸ਼ ਕਰਕੇ ਸਭ ਦੀ ਦੁਰਮਤ ਕੱਢ ਦਿੱਤੀ। ਅੰਦਰ ਦੀ ਮੈਲ, ਅੰਦਰ ਦੇ ਵਿਕਾਰ ਸਾਰਿਆਂ ਦੇ ਖੋ ਦਿੱਤੇ ਨੇ। ਸਭ ਮੇ ਭਾਉ ਭਗਤ ਪ੍ਰਗਟਾਵਾ, ਸਰਵ ਦੇਸ਼ ਤੇ ਨਾਮ ਜਪਾਵਾ। ਤੇ ਸਾਰੇ ਦੇਸ਼ ਤੇ ਐਸੀ ਕਿਰਪਾ ਸਤਿਗੁਰਾਂ ਕਰਤੀ ਟਾਪੂ ਦੇ ਕਹਿੰਦੇ ਸਾਰੇ ਲੋਕ ਹੀ ਨਾਮ ਜਪਣ ਲੱਗੇ, ਸਾਰੇ ਹੀ ਸਿਮਰਨ ਕਰਦੇ ਨੇ। ਤੇ ਮੈਂ ਕਹਿੰਦਾ ਅੱਜ ਸਾਡੇ ਹਾਲਾਤ ਪੰਜਾਬ ਦੇ ਇਹੋ ਜਿਹੇ ਨੇ, ਅੱਜ ਪੰਜਾਬ ਦੇ ਧਾਰਮਿਕ ਥਾਵਾਂ ਤੇ ਸਾਨੂੰ ਸਿਮਰਨ ਨਹੀਂ ਲੱਭਦਾ, ਬੰਦਗੀ ਨਹੀਂ ਲੱਭਦੀ। ਗੁਰੂ ਘਰ ਬੜੇ ਲੱਭ ਜਾਣਗੇ, ਸੇਵਾ ਸਿਮਰਨ ਦੀ ਕਾਢ ਬੜੀ ਹੈ, ਉਹ ਨਹੀਂ ਲੱਭਦੀ। ਤੇ ਅਸੀਂ ਤੇ ਗੁਰੂ ਸਾਹਿਬ ਦੀ ਸਿੱਖੀ ਇੱਥੋਂ ਤੱਕ ਹੀ ਸੀਮਤ ਰੱਖ ਲਈ ਵੀ ਆ ਬਾਰਡਰ ਪਾਰ ਨਹੀਂ ਜਾਣਦੇ। ਪਰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਵੇਖੋ ਤੇ ਸਹੀ, ਮਹਾਦੀਪਾਂ ਤੇ ਟਾਪੂਆਂ ਤੇ ਖੰਡਾ ਬ੍ਰਹਿਮੰਡਾਂ ਤੇ ਕਿੱਥੇ ਕਿੱਥੇ ਅੱਜ ਉਹ ਸਾਰਾ ਇਲਾਕਾ ਸਿਮਰਨ ਬੰਦਗੀ ਕਰਦਾ ਏ। ਮਦਰ ਮੈਨ ਤਜਿਹੁ ਮੈਂ ਰੀਤਾ, ਸੇਵੈ ਸਤਿਗੁਰ ਚਰਨ ਸੁਪ੍ਰੀਤਾ। ਰਾਜਾ ਮਦਰ ਬੈਨ ਸਤਿਗੁਰਾਂ ਦੇ ਚਰਨਾਂ ਦਾ ਭੌਰਾ ਬਣ ਕੇ ਦਿਨ ਰਾਤ ਸੇਵਾ ਕਰਦਾ। ਜਦੋਂ ਤੱਕ ਸਤਿਗੁਰੇ ਦੇ ਇਲਾਕੇ 'ਚ ਰਹੇ, ਤਖਤ ਤੇ ਨਹੀਂ ਬੈਠਾ, ਗੁਰੂ ਦੇ ਚਰਨਾਂ 'ਚ ਹੀ ਬੈਠਾ। ਕਹਿੰਦੇ ਜੀ ਸਾਰਾ ਦੇਸ਼ ਏਦਾਂ ਲੱਗੇ ਜਿਵੇਂ ਮੰਦਿਰ ਬਣ ਗਿਆ ਹੋਵੇ। ਰੱਬ ਦੀ ਗੱਲ ਹੁੰਦੀ ਹੈ। ਚੋਰੀਆਂ ਯਾਰੀਆਂ ਖਤਮ, ਗੁਰੂ ਸਾਹਿਬ ਕਹਿੰਦੇ ਜੇਲ੍ਹਾਂ 'ਚੋਂ ਕੈਦੀ ਕੱਢਦੇ ਬਾਹਰ, ਕੋਈ ਅਪਰਾਧੀ ਨਹੀਂ। ਜਿੰਨੇ ਉਹਦੀਆਂ ਕਚਹਿਰੀਆਂ 'ਚ ਕੇਸ ਚੱਲਦੇ ਸੀ, ਸਤਿਗੁਰਾਂ ਮਿਹਰ ਦੀ ਨਜ਼ਰ ਕੀਤੀ, ਕਹਿੰਦੇ ਛੱਡ ਦੇ ਸਾਰਿਆਂ ਨੂੰ। ਰਾਜਨ ਹੁਣ ਇੱਥੇ ਚੋਰ ਕੋਈ ਨਹੀਂ, ਆਖੋ ਸਤਿਨਾਮ। ਐਸੀ ਕਿਰਪਾ ਹੋਈ, ਸਾਰੇ ਡਰ ਗਏ। ਕਿੰਨੇ ਪਾਪੀ, ਕਿੰਨੇ ਅਪਰਾਧੀ, ਕਿੰਨੇ ਕ੍ਰਿਮੀਨਲ ਲੋਕ ਉਸ ਵੇਲੇ ਰੱਬ ਦੀ ਬੰਦਗੀ ਨਾਲ ਜੁੜ ਗਏ। ਜਗਤ ਕੋ ਬੰਧਨ ਸਗਰੇ ਨਾਸੇ, ਹਿਰਦੇ ਆਤਮ ਗਿਆਨ ਪ੍ਰਕਾਸ਼ੇ। ਹੁਣ ਰਾਜੇ ਨੂੰ ਉਪਦੇਸ਼ ਮਿਲਿਆ ਤੇ ਉਹਨੇ ਅੱਗੇ ਵੰਡਿਆ। ਗਿਆਨ ਅੱਗੇ ਵੰਡਦਾ ਹੈ, ਆਪਣੀ ਪ੍ਰਜਾ ਨਾਲ ਪ੍ਰੇਮ ਕਰਦਾ ਹੈ, ਲੋਕਾਂ ਨਾਲ ਪਿਆਰ ਕਰਦਾ ਹੈ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸਾਰੇ ਆਉਂਦੇ ਆ। ਉਹ ਰਾਜੇ ਦਾ ਮਹਿਲ ਨਹੀਂ, ਇੱਕ ਧਰਮਸ਼ਾਲਾ, ਦਰਵਾਜ਼ੇ ਖੁੱਲੇ ਰਹਿੰਦੇ ਆ, ਸਿਕਿਉਰਿਟੀ ਵਾਲਿਆਂ ਨੂੰ ਪਰਵਾਹੀ ਕਿਸੇ ਦੀ ਕੋਈ ਨਹੀਂ, ਕਿਉਂਕਿ ਅੰਦਰ ਬਿਰਤੀ ਬਦਲ ਗਈ। ਇੱਥੇ ਬਿਰਤੀ ਦਾ ਖਤਰਾ ਨਾ। ਅੱਜ ਵੀ ਧਾਰਮਿਕ ਸਥਾਨਾਂ ਤੇ CCTV ਕੈਮਰੇ ਕਿਉਂ ਲੱਗੇ ਹੁੰਦੇ ਆ? ਕਾਰਨ ਇਹੀ ਹੈ ਵੀ ਇੱਥੇ ਸਾਰੇ ਚੰਗੇ ਨਹੀਂ ਆਉਂਦੇ, ਵਿੱਚ ਸੇਵਾ ਪਾਣੀ ਵਾਲੇ ਵੀ ਆ ਜਾਂਦੇ। ਆਖੋ ਸਤਿਨਾਮ। ਕੀ ਪਤਾ ਕਿਹੜਾ ਜੁੱਤੀ ਚੁੱਕ ਕੇ ਲੈ ਜਾਏ, ਕਿਹੜਾ ਗੋਲਕ ਚੁੱਕ ਲੈ, ਪਤਾ ਲੱਗਦਾ ਕਿਸੇ ਆਪਣੀ ਆਪਣੀ ਬਿਰਤੀ ਹੈ। ਪਰ ਜਿਸ ਦਿਨ ਗੁਰੂ ਦੀ ਕਿਰਪਾ ਹੋ ਜੇ, ਫਿਰ ਭੂਮੀਏ ਚੋਰ ਵਰਗੇ ਵੀ ਸਾਧ ਬਣ ਜਾਂਦੇ। ਰਾਜੇ ਦਾ ਸਾਰਾ ਹੀ ਟਾਪੂ, ਸਾਰਾ ਹੀ ਮਹਾਦੀਪ ਗੁਰੂ ਨਾਨਕ ਸਾਹਿਬ ਦੀ ਸ਼ਰਨ ਆ ਗਿਆ। ਕਰਨਾ ਪਾਏ ਵਿਸਾਲ ਨਿਹਾਲਾ, ਬਨਵਾਈ ਪੁਰ ਮਿਹ ਧਰਮਸ਼ਾਲਾ। ਇੱਥੇ ਸਾਹਿਬਾਂ ਨੇ ਫਿਰ ਧਰਮਸ਼ਾਲਾ ਬਣਵਾਈ, ਜਿਹਦੇ ਬਾਰੇ ਭਾਈ ਗੁਰਦਾਸ ਲਿਖਦੇ, ਘਰ ਘਰ ਅੰਦਰ ਧਰਮਸਾਲ। ਧਰਮਸਾਲ ਤੋਂ ਭਾਵ ਹੈ ਧਰਮ ਦਾ ਘਰ, ਜਿੱਥੇ ਬਹਿ ਕੇ ਦੋ ਵੇਲੇ ਬੰਦਗੀ ਹੁੰਦੀ ਹੈ। ਤੇ ਰਾਜੇ ਨੇ ਆਪਣੀ ਹਉਮੈ ਛੱਡਤੀ। ਸਭ ਤੋਂ ਵੱਡਾ ਰੋਗ ਤੇ ਹਉਮੈ ਦਾ, ਅੱਜ ਉਹ ਤਿਆਗ ਦਿੱਤਾ ਏ। ਏਗ ਚਲਾਵਣ ਲੱਗਿਓ ਅਭੰਗਾ, ਭੋਜਨ ਸੰਗਤ ਅਚੈਨ ਸੰਗਾ। ਜੋ ਰਾਜਾ ਨਿਤ ਸ਼ਿਕਾਰ ਖੇਡਦਾ ਸੀ, ਜੀਵਾਂ ਦੀ ਹੱਤਿਆ ਕਰਦਾ ਸੀ, ਕਹਿੰਦਾ ਮਰਦ ਮੈਨੂੰ ਕੋਈ ਸੇਵਾ ਬਖਸ਼ੋ। ਗੁਰੂ ਬਾਬਾ ਜੀ ਕਹਿੰਦੇ 24 ਘੰਟੇ ਹਰ ਵੇਲੇ 8 ਪਹਿਰ ਗੁਰੂ ਕੀ ਦੇਗ ਚੱਲਣੀ ਚਾਹੀਦੀ। ਦੇਗ ਤੋਂ ਭਾਵ ਲੰਗਰ। ਦੇਗ ਕੜਾਹ ਨੂੰ ਨਹੀਂ ਕਹਿੰਦੇ। ਮਹਾਰਾਜ ਲਿਖਦੇ ਆ ਨਾ ਬਾਣੀ ਵਿੱਚ, ਦੇਗ ਤੇਗ ਜਗ ਮੈਂ ਦੋ ਚੱਲੈ। ਹੁਣ ਇੱਥੇ ਕਈ ਮੇਰੇ ਵਰਗੇ ਵਿਚਾਰੇ ਜਿਨ੍ਹਾਂ ਨੂੰ ਅਰਥਾਂ ਦਾ ਨਹੀਂ ਪਤਾ ਹੁੰਦਾ, ਕਹਿੰਦੇ ਬਾਬਾ ਜੀ ਕਹਿੰਦੇ ਕੜਾਹ ਪ੍ਰਸ਼ਾਦ ਤੇ ਕਿਰਪਾਨ ਚੱਲੂਗੀ। ਨਾ, ਦੇਗ ਦਾ ਅਰਥ ਹੈ ਲੰਗਰ। ਵੱਡੇ ਵੱਡੇ ਦੇਗੇ ਨਹੀਂ ਹੁੰਦੇ ਲੰਗਰਾਂ 'ਚ। ਆਪਾਂ ਦੇਗਾ ਸ਼ਬਦ ਵਰਤਦੇ ਆ, ਕਾਹਦੇ ਲਈ ਵਰਤਦੇ ਆ? ਵਿੱਚ ਦੇਗ ਬਣ। ਹੁਣ ਜੇ ਦੇਖਿਆ ਕੜਾਹ ਪ੍ਰਸ਼ਾਦ ਤੇ ਕੜਾਹੀ ਵੀ ਬਣਦਾ। ਦੇਗਿਆਂ 'ਚ ਦੇਗ ਕਿੱਥੋਂ ਬਣੀ? ਦੇਗ ਤੋਂ ਭਾਵ ਲੰਗਰ। ਦੇਗ ਤੇਗ ਜਗ ਮੈਂ ਦੋ ਚੱਲੈ। ਮਹਾਰਾਜ ਕਹਿੰਦੇ ਦੋਨੇ ਚੱਲਣਗੀਆਂ, ਲੰਗਰ ਚੱਲਣਗੇ, ਤਲਵਾਰਾਂ ਚੱਲਣਗੀਆਂ। ਖਾਲਸੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲੰਗਰ ਦੀ ਪੰਗਤ ਚਲਾਈ। ਕਹਿੰਦੇ ਭਾਈ ਇੱਥੇ ਲੰਗਰ ਵਰਤੇਗਾ ਹਰ ਵੇਲੇ, ਰਾਜਨ ਕੋਈ ਭੁੱਖਾ ਨਾ ਜਾਵੇ। ਤੂੰ ਰਾਜਾ ਏ, ਰੱਜਿਆ ਤੈਨੂੰ ਤਾਂ ਆਖਾਂਗੇ ਜੇ ਤੇਰੇ ਦਰ ਤੋਂ ਕੋਈ ਭੁੱਖਾ ਨਹੀਂ ਜਾਏਗਾ। ਮੰਨ ਲਾ ਜੇ ਤੇਰੇ ਦਰ ਤੋਂ ਭੁੱਖਾ ਚਲੇ ਗਿਆ ਤਾਂ ਮਤਲਬ ਤੂੰ ਰੱਜਿਆ ਨਹੀਂ ਹੋਇਆ, ਤੂੰ ਖੁਦ ਆਪ ਭੁੱਖਾ ਹੈ, ਆਪ ਬੇਈਮਾਨ ਹੈ। ਸਤਿਗੁਰਾਂ ਦਾ ਬਚਨ ਮੰਨਣ ਤੋਂ ਬਾਅਦ ਕਹਿੰਦੇ ਰਾਜੇ ਨੇ ਜੀ ਲੰਗਰ ਚਲਾਤੇ। ਹਰ ਵੇਲੇ ਭੋਜਨ ਮਿਲਦਾ ਹੈ, ਦਿਨ ਹੋਵੇ ਰਾਤ ਹੋਵੇ, ਜਦੋਂ ਲੋਕ ਭੋਜਨ ਛਕਦੇ ਆ ਨਾ, ਕਿ ਤੁਰਦੇ ਫਿਰਦੇ ਮੁਸਾਫਰ ਅਸੀਸਾਂ ਦਿੰਦੇ ਆ।
ਰਾਜੇ ਦੀ ਸਲਾਮਤੀ ਵਾਸਤੇ ਉਹ ਦੁਆ ਮੰਗਦੇ ਨੇ। ਏਤਕ ਦਿਵਸ ਬਤੀਤੇ ਜਬ ਹੀ ਸ੍ਰੀ ਨਾਨਕ ਨਿਕਸੋ ਕੈ ਤਬ ਹੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਕਰੀਬਨ 15 ਤੋਂ 20 ਦਿਨ ਇਸੇ ਇਲਾਕੇ 'ਚ ਬਤੀਤ ਕੀਤੇ, ਇਸੇ ਟਾਪੂ ਤੇ। ਜਦੋਂ ਵੀ ਸਤਿਗੁਰ ਜਾਣ ਦੀ ਤਿਆਰੀ ਕਰਦੇ ਰਾਜਾ ਚਰਨ ਫੜ ਲੈਂਦਾ, ਪਰਿਵਾਰ ਸਮੇਤ। ਮਹਾਰਾਜ ਨਹੀਂ ਜਾਣਦੇ, ਪ੍ਰੇਮ ਦੇ ਵਸ ਸਤਿਗੁਰ ਲੰਮਾ ਸਮਾਂ ਰੁਕੇ। ਹੁਣ ਜਾਣ ਦੀ ਆਗਿਆ ਮੰਗਦੇ ਹਨ। ਦਰਸੈਨ ਕੀ ਆਨ ਮਨੀਜੈ ਜਾਏ ਸਦਨ ਤੇ ਭੇਟਾ ਦੀਜੈ। ਗੁਰੂ ਸਾਹਿਬ ਕਹਿੰਦੇ ਅੱਜ ਤੋਂ ਬਾਅਦ ਤੂੰ ਰਾਜੇ ਸੁਦਰਸੈਨ ਦੀ ਆਗਿਆ 'ਚ ਰਹਿਣਾ। ਆਪ ਜੀ ਦੇ ਪਿੱਛੇ ਸਰਵਣ ਕੀਤਾ ਰਾਜਾ ਸੁਦਰਸੈਨ, ਜਿਹਦਾ ਗੁਰੂ ਭਾਈ ਝੰਡਾ ਏ। ਮਹਾਰਾਜ ਕਹਿੰਦੇ ਭੇਟਾ ਲੈ ਕੇ ਜਾਇਆ ਕਰੀ, ਤੇ ਸੰਬੰਧ ਇਕੱਠਾ ਕਰਕੇ ਲੈ ਕੇ ਜਾਇਆ ਕਰੀ। ਕੋਈ ਸਭਾ ਸੀ, ਮਦਰ ਬੈਣ ਤੇ ਸੁਦਰਸੈਨ ਦੀ ਆਪਸ ਵਿੱਚ ਨਹੀਂ ਸੀ ਬਣਦੀ, ਵੈਰ ਸੀ ਇਹਨਾਂ ਦਾ ਆਪਸ ਇੱਕ ਦੂਜੇ ਨਾਲ। ਪਰ ਅੱਜ ਮਹਾਰਾਜ ਨੇ ਕਹਿਤਾ, ਕਹਿੰਦੇ ਹਉਮੈ ਛੱਡਤੀ ਨਾ। ਹਉਮੈ ਕਰਕੇ ਵੈਰ ਵਿਰੋਧ ਹੈ, ਹਉਮੈ ਕਰਕੇ ਚੰਗਾ ਮਾੜਾ ਹੈ। ਜਿੱਦਣ ਹਉਮੈ ਨਿਕਲ ਗਈ ਸਾਨੂੰ ਫਰਕ ਹੀ ਨਹੀਂ ਪੈਂਦਾ, ਕੋਈ ਸਾਨੂੰ ਵੀ ਮਾੜਾ ਕਹੇ ਜੇ ਕੀ ਰੋਣਾ। ਪਰ ਹਉਮੈ ਕਹਿੰਦੀ ਉਹ ਤੇਰੇ ਬਾਰੇ ਏਦਾਂ ਕਿਵੇਂ ਕਹਿ ਗਿਆ, ਉਹ ਕੌਣ ਹੁੰਦਾ ਏ ਤੈਨੂੰ ਏਦਾਂ ਕਹਿਣ ਵਾਲਾ। ਹਉਮੈ ਬੋਲਦੀ ਹੈ। ਮਦਰ ਬੈਣ ਕਹਿੰਦਾ ਪਾਤਸ਼ਾਹ ਜਿਵੇਂ ਆਪ ਜੀ ਦਾ ਹੁਕਮ ਹੈ। ਸਤਿਗੁਰ ਕਹਿੰਦੀ ਭੇਟਾ ਲੈ ਕੇ ਰਾਜੇ ਸੁਦਰਸੈਨ ਦੀ ਸੰਗਤ ਵਿੱਚ ਜਾਈ, ਉਹਦੇ ਗੁਰੂ ਨੂੰ ਆਪਣਾ ਗੁਰੂ ਬਣਾ ਲੈ। ਹੁਣ ਕਰ ਮਦਰ ਬਹਿਨ ਕੈਸੇ ਜਿਉ ਉਚਰੋ ਕਰ ਹੈ ਹਮ ਤੈਸੇ। ਜੋ ਰਾਜੇ ਕਦੇ ਇੱਕ ਦੂਜੇ ਨੂੰ ਵੇਖ ਨਹੀਂ ਸਕਦੇ ਸੀ, ਅੱਜ ਉਹੀ ਰਾਜਾ ਮਦਰ ਬੈਣ ਕਹਿੰਦਾ ਸਤਿਗੁਰੂ ਜਿਵੇਂ ਆਪ ਜੀ ਦਾ ਹੁਕਮ ਹੈ ਜੀ, 7 ਵਚਨ ਹੈ, ਤੁਸੀਂ ਆਖੋ ਨਾ ਕਿਸੇ ਪਸ਼ੂ ਦੇ ਪੈਰੀ ਡਿੱਗ ਜਾ ਮੈਂ ਤੇ ਉੱਥੇ ਹੀ ਡਿੱਗ ਜਾਂਦਾ। ਉੱਥੇ ਫੇਰ ਸੁਦਰਸੈਨ, ਜਦ ਕਿ ਮਦਰ ਬੈਣ ਤੇ ਸੁਦਰਸੈਨ ਦਾ ਇੱਟ ਕੁੱਤੇ ਵਾਲਾ ਵੈਰ ਹੈ। ਇਹਨਾਂ ਦੇ ਇੱਕ ਦੂਜੇ ਦੇ ਟਾਪੂ ਤੋਂ ਕੋਈ ਜਹਾਜ਼ ਨਹੀਂ ਸੀ ਲੰਘਣ ਦਿੰਦੇ। ਜੰਗਾਂ ਚੱਲਦੀਆਂ ਰਹਿੰਦੀਆਂ ਸੀ, ਲੜਾਈਆਂ ਚੱਲਦੀਆਂ ਰਹਿੰਦੀਆਂ ਸੀ, ਪਰ ਗੁਰੂ ਬਾਬਾ ਜੀ ਦੇ ਬਚਨਾਂ ਨੇ ਐਸੀ ਕਿਰਪਾ, ਐਸੀ ਠੰਡ ਵਰਤਾਈ। ਕਹਿੰਦਾ ਮਹਾਰਾਜ ਆਪ ਜੀ ਦੇ ਵਿਦਾ ਹੋਣ ਤੋਂ ਬਾਅਦ ਮੈਂ ਰਾਜੇ ਸੁਦਰਸੈਨ ਦੀ ਸ਼ਰਨ ਜਾਵਾਂਗਾ। ਮਹਾਰਾਜ ਬਚਨ ਦੇ ਕੇ ਆਏ ਨੇ ਸੁਦਰਸੈਨ ਨੂੰ, 17 ਰਾਜੇ ਤੇਰੇ ਕੋਲ ਆਪ ਚੱਲ ਕੇ ਆਉਣਗੇ, ਜਿਨ੍ਹਾਂ ਵਿੱਚੋਂ ਮਦਰ ਬੈਣ ਵੀ ਇੱਕ ਸ਼ਾਮਲ ਹੋ ਗਿਆ। ਆਵਰ ਕੀ ਆਏ ਸਿਉਣ ਸਾਰਾ ਚੱਲੇ ਸਭੈ ਕੋ ਕਰੇ ਵਿਚਾਰਾ। ਤੇ ਰਾਜੇ ਨੇ ਸਤਿਗੁਰਾਂ ਦਾ ਬਚਨ ਮੰਨਣ ਤੋਂ ਬਾਅਦ ਚਰਨਾਮ੍ਰਿਤ ਲਿਆ ਜੀ। ਸਿੱਖ ਸਾਥੀ, ਸਿੱਖ ਵੀ ਐਸਾ ਧਰਮਸ਼ਾਲਾ 'ਚ ਸੰਗਤਾਂ ਨਾਲ ਬੈਠ ਕੇ ਪ੍ਰਭੂ ਦੇ ਗੁਣ ਗਾਉਂਦਾ ਏ। ਜਿੱਦਣ ਕੋਈ ਸੰਗਤ ਵਿੱਚ ਬੈਠਣ ਲੱਗ ਜੇ ਨਾ ਸਮਝੋ ਉਹਦੇ ਤੇ ਕਿਰਪਾ ਹੋਣੀ ਸ਼ੁਰੂ ਹੋ ਗਈ। ਇੱਥੇ ਤੇ ਸਤਿਗੁਰ ਆਪ ਆਏ। ਕਹਿੰਦੇ ਰਾਜੇ ਦਾ ਉਹ ਰਾਜ ਜਿਹਨੂੰ ਰਾਮ ਰਾਜ ਕਹਿੰਦੇ ਉਹ ਬਣ ਗਿਆ। ਕੋਈ ਵੈਰ ਨਹੀਂ, ਵਿਰੋਧ ਨਹੀਂ, ਲੜਾਈ ਨਹੀਂ, ਝਗੜਾ ਨਹੀਂ। ਉਹਨੇ ਆਸੇ ਪਾਸੇ ਵੈਰ ਛੱਡਤਾ, ਉਧਰ ਸੁਦਰਸੈਨ ਸੁਧਰ ਗਿਆ, ਇੱਧਰ ਮਦਰ ਬੈਣ ਸੁਧਰ ਗਿਆ। ਪਰ ਸਾਡਾ ਕੋਈ ਹੋਰ ਥੋੜੀ ਵੈਰੀ ਹੈ। ਅਸੀਂ ਜਿੰਨੇ ਤੋਪਾਂ, ਮਿਜ਼ਾਈਲਾਂ, ਰਾਕਟ ਲਾਂਚਰ, ਜਿੰਨੇ ਫਾਈਟਰ ਜੈਟ ਬਣਾਏ ਆ, ਬਾਂਦਰਾਂ ਵਾਸਤੇ ਬਣਾਏ ਹੋਏ ਆ। ਬੰਦੇ ਨੇ ਕਾਹਦੇ ਵਾਸਤੇ ਬਣਾਇਆ ਜੀ? ਵੱਡੇ ਵੱਡੇ ਬੰਬ ਸਾਧਨ ਯੂਜ਼ ਬੰਦੇ ਨੂੰ ਮਾਰਨ ਵਾਸਤੇ। ਆ ਜਿੰਨੀਆਂ ਬਾਰਡਰਾਂ ਤੇ ਆਰਮੀਆਂ ਲੱਗੀਆਂ ਨੇ, ਇਹ ਕੋਈ ਪਸ਼ੂਆਂ ਵਾਸਤੇ ਥੋੜਾ। ਬੰਦੇ ਦਾ ਬੰਦਾ ਦੁਸ਼ਮਣ। ਬੰਦੇ ਦੇ ਵਾਸਤੇ ਬੰਦੂਕਾਂ ਬਣੀਆਂ ਨੇ, ਬੰਦੇ ਦੇ ਵਾਸਤੇ ਬਰੂਦ ਬਣਿਆ ਏ, ਬੰਦੇ ਲਈ ਹੈ ਸਾਰਾ ਕੁਝ। ਪਰ ਕਹਿੰਦੇ ਜਦੋਂ ਗੁਰੂ ਸਾਹਿਬ ਦਾ ਬਚਨ ਆ ਗਿਆ ਨਾ ਸਾਰਿਆਂ ਦੇ ਵਿੱਚ, ਉਹਨਾਂ ਨੇ ਆਪਣੇ ਤੋਪਖਾਨੇ ਬੰਦ ਕਰ ਦਿੱਤੇ। ਦਾੜੀ ਖਤਮ, ਭੈ ਕਾਹੂ ਕੋ ਦੇਤ ਨਾ ਹੈ ਲਹਿ ਪੈ ਮੰਨਦੇ ਹਾਂ। ਇੱਕ ਦੂਜੇ ਨਾਲ ਭਰਾਵਾਂ ਦੇ ਵਾਂਗ ਸਾਰੇ ਵਸਣ ਲੱਗੇ ਨੇ। ਹੋਰ ਬੋਲੇ ਬੈਨ ਕਿਰਪਾਲਾ ਹਮ ਗਮਨੇ ਅਬ ਸੁਣੋ ਪਵਾਲਾ। ਗੁਰੂ ਸਾਹਿਬ ਉੱਠ ਪਏ ਮਹਿਲਾਂ ਦੇ ਵਿੱਚੋਂ, ਆਖਣ ਲੱਗੇ ਰਾਜਨ ਅਸੀਂ ਇੱਥੋਂ ਹੁਣ ਜਾਣਾ ਚਾਹੁੰਦੇ ਆ, ਸਾਨੂੰ ਆਗਿਆ ਦੇ ਦਿਓ। ਰਾਜਾ ਅੱਖਾਂ ਭਰ ਆਇਆ, ਕਹਿੰਦਾ ਪਾਤਸ਼ਾਹ ਆਪ ਜੀ ਦੇ ਹੁੰਦਿਆਂ ਸਮਾਂ ਕਿਵੇਂ ਬਤੀਤ ਹੋਇਆ ਇਹ ਮੈਨੂੰ ਵੀ ਨਹੀਂ ਪਤਾ। ਵਕਤ ਕਿੰਨੀ ਛੇਤੀ ਨਾਲ ਗੁਜ਼ਰਿਆ, ਚਿੱਤ ਨਹੀਂ ਕਰਦਾ ਤੁਹਾਡੇ ਤੋਂ ਮੈਂ ਵਿਛੜ ਜਾਵਾਂ। ਅਨੰਤ ਦੇਸ਼ ਦੇਖਣ ਕੀ ਚਾਹੋ ਸੁਣ ਰਾਖਣ ਹਿਤ ਕਰਨ ਨਾ ਹੋ। ਗੁਰੂ ਸਾਹਿਬ ਆਖਣ ਲੱਗੇ ਰਾਜਨ ਅਸੀਂ ਤੇਰੇ ਕੋਲ ਬੱਧੇ ਰਹਿ ਨਹੀਂ ਸਕਦੇ, ਸਾਡਾ ਕਰਮ ਹੈ ਦੇਸ਼ ਵਿਦੇਸ਼ ਘੁੰਮਣਾ, ਦੁਨੀਆ ਨੂੰ ਵੇਖਣਾ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਨਾ ਚਾਹੁੰਦੇ ਆ ਵੀ ਉਹਨੇ ਆਖਿਆ ਪਾਤਸ਼ਾਹ ਮੌਤ ਦੇ ਨਾਲ ਮੇਰਾ ਜੋਰ ਕੋਈ ਨਹੀਂ। ਸ੍ਰੀ ਪ੍ਰਭ ਜੀ ਮੁਝ ਕਿੰਕਰ ਜਾਨੋ ਭਗਤ ਵਸਲ ਨਿਜ ਬਿਰਦ ਪਛਾਨੋ। ਪਰ ਸਤਿਗੁਰੂ ਜੀ ਇੱਕ ਬਚਨ ਦੇ ਕੇ ਜਾਓ, ਮੈਂ ਤੁਹਾਡਾ ਕਿੰਕਰ ਹਾਂ, ਸੇਵਕ ਹਾਂ, ਦਾਸ ਹਾਂ।
ਵੀ ਜਦ ਜਦ ਮੈਂ ਤੁਹਾਨੂੰ ਚੇਤੇ ਕਰਾਂ ਤੁਸੀਂ ਮੇਰੇ ਬਣਾਓਗੇ। ਜਦ ਵੀ ਚੇਤੇ ਮੁਸਕਰਾ ਪਏ ਸਤਿਗੁਰ। ਮਰਦ ਕਹਿੰਦੇ ਰਾਜਨ ਆਉਂਦਾ ਤੇ ਉਹ ਹੁੰਦਾ ਜੋ ਕਦੇ ਦੂਰ ਗਿਆ ਹੋਵੇ। ਆਖੋ ਸਤਿਨਾਮ। ਅਸੀਂ ਤੇ ਦੂਰ ਕਦੇ ਨਹੀਂ ਗਏ, ਹਰ ਵੇਲੇ ਤੇਰੇ ਪਾਸ ਹਾਂ। ਦੇਹੋ ਦਰਸ ਕੀਤਕ ਦਿਨਿਓਰੀ, ਕਰੋ ਨਿਹਾਲ ਬਸੋ ਇਹ ਠੋਰੀ। ਪਾਤਸ਼ਾਹ ਆਉਂਦੇ ਜਾਂਦੇ ਇਸ ਟਾਪੂ ਤੇ ਗੇੜਾ ਲਾਉਂਦੇ ਰਹਿਓ। ਹੁਣ ਸੰਗਤ ਤੇਰੀ ਹੈ, ਇਹ ਰਾਜ ਤੇਰਾ ਹੈ, ਸਭ ਕੁਝ ਤੇਰਾ ਹੈ। ਗੁਰੂ ਬਾਬਾ ਜੀ ਉਪਦੇਸ਼ ਦੇ ਕੇ, ਪਿਆਰ ਦੇ ਕੇ, ਮਾਣ ਸਨਮਾਨ ਦੇ ਕੇ ਰਾਜੇ ਤੋਂ ਵਿਦਾਇਗੀ ਮੰਗੀ। ਕਹਿੰਦੇ ਰਾਜੇ ਨੇ ਰੱਥ ਗੱਡੀਆਂ ਸਤਿਗੁਰਾਂ ਦੀ ਵਿਦਾਇਗੀ ਵਾਸਤੇ ਤਿਆਰ ਕਰ ਲਈਆਂ। ਗੁਰੂ ਸਾਹਿਬ ਨੇ ਇੱਕ ਬਚਨ ਆਖਿਆ, ਕਹਿੰਦੇ ਨਹੀਂ, ਅਸੀਂ ਤਿੰਨੋਂ ਤੁਰ ਕੇ ਜਾਵਾਂਗੇ, ਸਾਡੇ ਪਿੱਛੇ ਕਿਸੇ ਨੇ ਨਹੀਂ ਆਉਣਾ। ਇੱਥੋਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੰਗਲਾਂ ਦੇ ਰਾਹ ਚੱਲ ਪਏ। ਚਲਦੇ ਚਲਦੇ ਸੱਚੇ ਪਾਤਸ਼ਾਹ ਅਲੋਪ ਹੋ ਗਏ। ਮਦਰ ਬਹਿਣੇ ਤੋਂ ਬਾਅਦ ਆਪਣੀ ਫੌਜ ਲੈ ਕੇ, ਆਪਣੇ ਲੋਕਾਂ ਨੂੰ ਲੈ ਕੇ ਆ ਕੇ ਰਾਜਾ ਸੁਦਰਸੈਨ ਨੂੰ ਮਿਲਿਆ। ਭਾਈ ਝੰਡਾ ਜੀ, ਭਾਈ ਇੰਦਰਸੈਨ ਦੀ ਸੰਗਤ ਕੀਤੀ। ਐਸਾ ਸਤ ਸੰਗ ਦਾ ਮਾਹੌਲ ਵਰਤਿਆ। ਕਹਿੰਦੇ ਅੰਮ੍ਰਿਤ ਦੀਆਂ ਚਰਨਾਹਟਾਂ ਲੱਗੀਆਂ ਹੋਈਆਂ। ਇਕੱਠੇ ਹੋ ਕੇ ਹੁਣ ਧਰਮਸ਼ਾਲਾ 'ਚ ਬਹਿੰਦੇ ਆ, ਬੰਦਗੀ ਕਰਦੇ ਆ, ਨਾਮ ਜਪਦੇ ਆ। ਗੁਰੂ ਬਾਬਾ ਜੀ ਇੱਥੋਂ ਚੱਲੇ ਤੇ ਭਾਈ ਮਰਦਾਨਾ ਜੀ ਦਾ ਜਾਣ ਨੂੰ ਕੀ ਨਹੀਂ ਸੀ ਕਰਦਾ। ਮੌਜਾਂ ਲੱਗੀਆਂ ਨੇ, ਛਕਣ ਛਕਾਉਣ ਦੀ ਪਾਬੰਦੀ ਕੋਈ ਨਹੀਂ। ਜਿੱਧਰ ਨੂੰ ਜਾਂਦੇ ਆ ਲੋਕੀ ਮੱਥੇ ਟੇਕਦੇ ਫਿਰਦੇ ਆ, ਇੰਨਾ ਮਾਣ ਸਨਮਾਨ। ਸਤਿਗੁਰ ਕਹਿੰਦੇ ਚੱਲ ਮਰਦਾਨਿਆ। ਹੁਣ ਤੁਰੇ ਜਾਂਦੇ ਨੇ, ਕਹਿੰਦੇ 2-3 ਦਿਨ ਲੰਘ ਕੇ ਫੇਰ ਭੁੱਖ ਪਿਆਸ ਤੁਰੇ ਜਾ। ਚੇਤਾ ਆਉਂਦਾ ਭਾਈ ਮਰਦਾਨੇ ਨੂੰ, ਕਹਿੰਦੇ ਉਹ ਰਾਜਾ ਬੜਾ ਚੰਗਾ ਸੀ। ਆਖੋ ਸਤਿਨਾਮ। ਉੱਥੇ ਬਾਬਾ ਜੀ ਕੁਝ ਹੋਰ ਸਮਾਂ ਰਹਿ ਜਾਂਦੇ। ਸੱਚੀ ਗੱਲ ਆ ਜੀ, ਜਿਹੜਾ ਸਾਨੂੰ ਛਕਾਵੇ, ਖਵਾਵੇ, ਪਿਲਾਵੇ, ਧਿਆਨ ਰੱਖੀ, ਚੰਗਾ ਹੀ ਚੰਗਾ ਹੁੰਦਾ ਹੈ। ਸਮਾਂ ਸਮਾਪਤ ਹੈ ਜੀ। ਗੁਰੂ ਪਾਤਸ਼ਾਹ ਇਸ ਉਦਾਸੀ ਦੌਰਾਨ ਅੱਗੇ ਕਿਹਦਾ ਉਧਾਰ ਕਰਨਗੇ, ਕੱਲ ਦੇ ਦੀਵਾਨਾਂ 'ਚ ਸਰਵਣ ਕਰਕੇ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।